ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਖਾਸ ਗੱਲਬਾਤ ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਦਾ ਸਵਾਗਤ ਹੈ। ਅਸੀਂ ਜਾਣਦੇ ਹਾਂ ਕਿ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਤੇ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਸਿੱਖਾਂ ਨੇ ਵੱਡੀ ਗਿਣਤੀ ਦੇ ਵਿੱਚ ਹਿੱਸਾ ਲਿਆ। ਜੇਕਰ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚੋਂ 1,69,700 ਲੋਕ ਜਿਹੜੇ ਆ ਉਹਨਾਂ ਨੇ ਵਰਲਡ ਵਾਰ ਫਸਟ ਤੇ ਸੈਕੰਡ ਦੇ ਵਿੱਚ ਹਿੱਸਾ ਲਿਆ, ਜਿਨ੍ਹਾਂ ਦੇ ਵਿੱਚੋਂ 83,005 ਜਿਹੜੇ ਸਿੱਖ ਸੀਗੇ ਜਿਹੜੇ ਫਸਟ ਵਰਲਡ ਵਾਰ ਦੇ ਵਿੱਚ ਤੇ ਸੈਕੰਡ ਵਰਲਡ ਵਾਰ ਦੇ ਵਿੱਚ ਸ਼ਾਮਲ ਹੋਏ। ਸੋ ਇਹਨਾਂ ਦੇ ਸਮੁੱਚੇ ਇਤਿਹਾਸ ਦੇ ਬਾਰੇ ਦੇ ਵਿੱਚ ਜੇਕਰ ਜਾਣਕਾਰੀ ਦੀ ਗੱਲ ਕਰੀਏ ਤੇ ਸਾਡੇ ਨਾਲ ਅੱਜ ਜਿਹੜੀ ਸ਼ਖਸੀਅਤ ਮੌਜੂਦ ਆ, ਉਹਨਾਂ ਨੇ 5 ਕਿਤਾਬਾਂ ਜਿਹੜੀਆਂ ਆ ਉਹ ਲਿਖੀਆਂ ਆ ਵਰਲਡ ਵਾਰ ਫਸਟ ਦੇ ਉੱਤੇ ਤੇ ਵਰਲਡ ਵਾਰ ਸੈਕੰਡ ਦੇ ਉੱਤੇ, ਤੇ ਖਾਸ ਤੌਰ ਦੇ ਉੱਤੇ ਸਿੱਖਾਂ ਦੀ ਉਹਦੇ ਵਿੱਚ ਕੀ ਸ਼ਮੂਲੀਅਤ ਸੀ, ਕਿੰਨੇ ਸਿੱਖ ਜਿਹੜੇ ਆ ਉਹ ਸ਼ਹੀਦ ਹੋਏ, ਕਿੰਨੇ ਸਿੱਖ ਜਿਹੜੇ ਸੀ ਪੰਜਾਬ ਤੋਂ ਭਾਰਤ ਤੋਂ ਜਿਹੜੇ ਵਰਲਡ ਵਾਰ ਦੇ ਵਿੱਚ ਫਸਟ ਵਰਲਡ ਵਾਰ ਦੇ ਵਿੱਚ ਸੈਕੰਡ ਵਰਲਡ ਵਾਰ ਦੇ ਵਿੱਚ ਗਏ, ਕਿੰਨੇ ਵਾਪਸ ਪਰਤੇ ਤੇ ਕਿੰਨਿਆਂ ਦੀਆਂ ਸ਼ਹੀਦੀਆਂ ਹੋਈਆਂ। ਸੋ ਸਮੁੱਚੀ ਜਾਣਕਾਰੀ ਜਿਹੜੀ ਅਸੀਂ ਲਵਾਂਗੇ ਸਰਦਾਰ ਭੁਪਿੰਦਰ ਸਿੰਘ ਜੀ ਹਾਲੈਂਡ ਉਹਨਾਂ ਤੋਂ, ਤੇ ਆਓ ਉਹਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਰਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਲ ਕਰੀਏ ਸਰਦਾਰ ਭੁਪਿੰਦਰ ਸਿੰਘ ਜੀ, ਜੇਕਰ ਸਿੱਖਾਂ ਦੀ ਤਾਂ ਵਰਲਡ ਵਾਰ ਫਸਟ ਦੇ ਵਿੱਚ ਸੈਕੰਡ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ, ਇਹ ਤਾਂ ਅਸੀਂ ਜਾਣਦੇ ਹਾਂ, ਪਰ ਉਹਨਾਂ ਦੀ ਗਿਣਤੀ ਦੇ ਬਾਰੇ ਦੇ ਵਿੱਚ ਅੰਕੜਿਆਂ ਦੇ ਬਾਰੇ ਦੇ ਵਿੱਚ ਜਿਹੜਾ ਆ ਉਹ ਨਹੀਂ ਪਤਾ ਲੱਗਦਾ ਸੀਗਾ। ਤੁਸੀਂ ਇਹਦੇ ਉੱਤੇ ਖੋਜ ਜਿਹੜੀ ਆਪਣੀ ਆ ਉਹ ਕਦੋਂ ਸ਼ੁਰੂ ਕੀਤੀ, ਕਿਵੇਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਸਿੱਖਾਂ ਦਾ ਜਿਹੜਾ ਫਸਟ ਵਰਲਡ ਵਾਰ ਸੈਕੰਡ ਵਰਲਡ ਵਾਰ ਦੇ ਵਿੱਚ ਵਿਸ਼ਵ ਯੁੱਧ ਜਿਹੜੇ ਆ ਉਹਨਾਂ ਦੇ ਵਿੱਚ ਜਿਹੜੀ ਸ਼ਮੂਲੀਅਤ ਸੀਗੀ ਇਸ ਨੂੰ ਲੱਭਿਆ ਜਾਵੇ, ਇੱਕ ਬੜਾ ਵੱਡਾ ਖੋਜ ਦਾ ਜਿਹੜਾ ਕਾਰਜ ਸੀਗਾ, ਇਸ ਨੂੰ ਕਿਵੇਂ ਤੁਸੀਂ ਸ਼ੁਰੂ ਕੀਤਾ ਤੇ ਕਦੋਂ ਸ਼ੁਰੂ ਕੀਤਾ? ਪਹਿਲੀ ਤਾਂ ਇਹ ਗੱਲ ਆ ਕਿ ਪੰਜਾਬ ਦੇ ਲੋਕਾਂ ਨੂੰ ਜਿੱਥੋਂ ਸਿੱਖ ਗਏ ਨੇ ਜੀ ਬਹੁਤ ਹੀ ਘੱਟ ਪਤਾ ਹੈ ਇਸ ਵਿਸ਼ੇ ਬਾਰੇ ਜੀ, ਲਗਭਗ ਭੁੱਲ ਹੀ ਗਏ ਨੇ ਜੀ। ਮੈਂ 1996 ਤੋਂ ਮੇਰੀ ਇਹ ਗੱਲ ਸਮਝ ਆ ਗਈ ਜੀ ਕਿ ਜਿਹੜੇ ਅੰਗਰੇਜ਼ ਨੇ, ਕਿਉਂਕਿ ਅੰਗਰੇਜ਼ ਲੈ ਕੇ ਗਏ ਸਨ, ਹਾਂਜੀ, ਉਹ ਜਦੋਂ ਵੀ ਕਿਧਰੇ ਮੈਂਸ਼ਨ ਕਰਦੇ ਆ ਫਸਟ ਵਰਲਡ ਵਾਰ ਜਾਂ ਸੈਕੰਡ ਵਰਲਡ ਵਾਰ ਦਾ ਜੀ, ਤੇ ਉਹ ਬ੍ਰਿਟਿਸ਼ ਫੋਰਸਿਸ ਦੇ ਤੌਰ ਦੇ ਉੱਤੇ ਵਰਤ ਕੇ ਤੇ ਅੱਗੇ ਲੰਘ ਜਾਂਦੇ ਨੇ। ਪਾਰਟਿਕੂਲਰ ਸਿੱਖਾਂ ਦਾ ਨਹੀਂ ਦੱਸਦੇ। ਜਿਹੜੀ ਅਸਲ ਕੰਪੋਜੀਸ਼ਨ ਸੀ ਬ੍ਰਿਟਿਸ਼ ਫੋਰਸਿਸ ਦੀ, ਉਹਦੇ ਬਾਰੇ ਕਦੀ ਉਹ ਜ਼ਿਕਰ ਨਹੀਂ ਕਰਦੇ। ਇੱਕ ਇਹ ਗੱਲ ਮੈਨੂੰ ਬਹੁਤ ਪਿੱਚ ਕਰਦੀ ਸੀ ਜੀ। ਦੂਸਰੀ ਇਹ ਗੱਲ ਵੀ ਇੰਡੀਆ ਦੇ ਵਿੱਚ ਇਸ ਕਰਕੇ ਇਹਨਾਂ ਦਾ ਨਾਂ ਨਹੀਂ ਸੀ ਲਿਆ ਜਾਂਦਾ ਕਿਉਂਕਿ ਇਹਨਾਂ ਦੀ ਕੁਰਬਾਨੀ ਬਹੁਤ ਸੀ ਦੂਜੀਆਂ ਕਮਿਊਨਿਟੀਆਂ ਦੇ ਮੁਕਾਬਲੇ ਤੇ ਜੀ, ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੇ ਸ਼ਹਾਦਤਾਂ ਦਿੱਤੀਆਂ ਜੀ। ਅਸੀਂ 1% ਤੋਂ ਵੀ ਥੋੜੇ ਸੀਗੇ ਉਸ ਵੇਲੇ ਜੀ ਜੀ ਬਿਲਕੁਲ। ਹਾਂ, ਇੰਡੀਅਨ ਸਬ ਕੰਟੀਨੈਂਟ ਜਿਹੜਾ ਉਹਦੇ 'ਚ ਦੇਖ ਲਓ, ਸਾਰਾ ਪਾਕਿਸਤਾਨ, ਸਾਰਾ ਇੰਡੀਆ, ਬੰਗਲਾਦੇਸ਼, ਨੇਪਾਲ, ਤੇ ਉਹਦੇ ਵਿੱਚ ਅਸੀਂ 1% ਤੋਂ ਵੀ ਬਹੁਤ ਘੱਟ ਸੀਗੇ। ਲੇਕਿਨ ਜੇ ਹੁਣ ਕੁਰਬਾਨੀ ਦੀ ਆਪਾਂ ਗੱਲ ਕਰਦੇ ਹਾਂ ਜਾਂ ਉਹਨਾਂ ਨੂੰ ਅੱਜ ਸੰਸਾਰ ਦੇ ਵਿੱਚ ਸਿੱਖਾਂ ਕਰਕੇ ਯਾਦ ਕੀਤਾ ਜਾਂਦਾ ਹੈ ਕਿ ਇਹਨਾਂ ਨੇ ਬਹਾਦਰੀ ਕਰਕੇ, ਇਹਨਾਂ ਨੇ ਸ਼ਹਾਦਤਾਂ ਪਾ ਕੇ ਸਾਨੂੰ ਆਜ਼ਾਦ ਕਰਵਾਇਆ ਹੈ, ਤਾਂ ਇਹ ਗੱਲ ਜਿਹੜੀ ਹੈ ਉਹ ਸਾਹਮਣੇ ਆਉਣੀ ਸ਼ੁਰੂ ਹੋਈ। 1996 ਤੋਂ ਮੈਂ ਇਸ ਪਾਸੇ ਵੱਲ ਨੂੰ ਲੱਗਿਆ ਜੀ, ਔਰ ਮੈਂ ਸਭ ਤੋਂ ਪਹਿਲਾਂ ਜੋ ਇਹਨਾਂ ਦਾ ਕਾਮਨਵੈਲਥ ਵਾਰ ਗ੍ਰੇਟ ਕਮਿਸ਼ਨ ਵਾਲੇ ਨੇ ਇੱਕ ਵੱਖਰਾ ਡਿਪਾਰਟਮੈਂਟ ਆ ਇੰਗਲੈਂਡ ਦਾ, ਉਹ ਇਸੇ ਗੱਲ ਦੇ ਨਾਲ ਸੰਬੰਧਿਤ ਹੈ। ਅੱਛਾ ਜੀ। ਉਹ ਜਿੰਨੀਆਂ ਸਾਡੀਆਂ ਉੱਥੇ ਸਿਮੈਟਰੀਜ਼ ਨੇ ਉਹਨਾਂ ਨੂੰ ਮੇਨਟੇਨ ਕਰਦਾ, ਉਹਨਾਂ ਦੀ ਦੇਖਭਾਲ ਕਰਦਾ। ਅੱਛਾ ਜੀ। ਤੇ ਉਹਨਾਂ ਦੇ ਰਾਹੀਂ ਮੈਂ ਸਰਕਾਰ ਤੱਕ ਪਹੁੰਚ ਕੀਤੀ ਔਰ ਉਹਨਾਂ ਨੇ ਮੈਨੂੰ ਕੋਰਾ ਜਵਾਬ ਦੇ ਦਿੱਤਾ ਜੀ। ਉਹ ਮੈਨੂੰ ਕਹਿਣ ਲੱਗੇ, ਦੇਖੋ ਜੀ ਇੰਡੀਆ ਹੁਣ ਆਜ਼ਾਦ ਹੋ ਗਿਆ। ਅੱਛਾ ਜੀ। ਔਰ ਇੰਡੀਆ ਤੋਂ ਇਹ ਸਾਰੇ ਸਿੱਖ ਆਏ ਸਨ ਤੇ ਉੱਥੇ ਹੁਣ ਵਾਪਸ ਚਲੇ ਗਏ ਨੇ ਤੇ ਸਾਡੇ ਸੌਰੀ ਅਸੀਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ ਜੀ। ਉਹਨਾਂ ਨੇ ਮੈਨੂੰ ਰੈਫਰ ਕਰ ਦਿੱਤਾ ਦਿੱਲੀ 'ਚ, ਕੋਈ ਇਹਨਾਂ ਦਾ ਡਿਫੈਂਸ ਦਾ ਕੋਈ ਦਫ਼ਤਰ ਸੀਗਾ ਵੀ ਤੁਸੀਂ ਉੱਥੋਂ ਪਤਾ ਕਰੋ। ਹਾਂਜੀ। ਉਹਨਾਂ ਦੇ ਨਾਲ ਮੇਰਾ 6 ਮਹੀਨੇ ਰਾਬਤਾ ਮੈਂ ਬਣਾਉਣ ਦੀ ਕੋਸ਼ਿਸ਼ ਕੀਤੀ। ਅੱਛਾ ਜੀ। ਲੇਕਿਨ ਇੰਡੀਆ ਦਾ ਜੋ ਸਿਸਟਮ ਆ ਤੁਹਾਨੂੰ ਪਤਾ ਹੀ ਆ ਵੀ ਜਵਾਬ ਹੀ ਨਹੀਂ ਦਿੰਦੇ, ਇਸ ਤਰ੍ਹਾਂ ਕਰਦੇ ਆ। ਚਲੋ ਐਨੀਵੇ ਅਖੀਰ ਦੇ ਉੱਤੇ ਮੈਨੂੰ ਇੱਧਰੋਂ ਵੀ ਜਵਾਬ ਮਿਲ ਗਿਆ ਵੀ ਉਹ ਤਾਂ ਅੰਗਰੇਜ਼ਾਂ ਵੱਲੋਂ ਲੜੇ ਸੀ। ਅੱਛਾ ਜੀ। ਤੇ ਤੁਸੀਂ ਉਹਨਾਂ ਨੂੰ ਪੁੱਛੋ ਨਾ ਵੀ ਸਾਡਾ ਇਹਦੇ ਨਾਲ ਕੋਈ ਤਲਕ ਨਹੀਂ ਹੈਗਾ। ਅੱਛਾ ਜੀ। ਇਹਨਾਂ ਨੇ ਹੱਥ ਸਾਫ਼ ਕਰਨੇ ਜੀ।
ਮੈਂ ਫਿਰ ਐਮਸਟਰਡਮ ਦੇ ਗੁਰਦੁਆਰੇ ਦੇ ਵਿੱਚ ਸਾਰੀ ਸੰਗਤ ਦੇ ਸਾਹਮਣੇ ਅਰਦਾਸ ਕਰਕੇ ਵੀ ਇਹ ਕੰਮ ਕਰਨਾ ਬਹੁਤ ਜ਼ਰੂਰੀ ਹੈ। ਹਾਂਜੀ। ਕਿਉਂਕਿ ਇਹ ਇਤਿਹਾਸ ਦਾ ਇੱਕ ਬਹੁਤ ਹੀ ਮਹਾਨ ਹਿੱਸਾ ਹੈ। ਬਿਲਕੁਲ। ਅਰਦਾਸ ਕਰਕੇ ਤੇ 1996 ਦੇ ਵਿੱਚ ਮੈਂ ਬਾਹਰ ਨਿਕਲਿਆ ਜੀ। ਔਰ ਸਭ ਤੋਂ ਪਹਿਲੋਂ ਮਾਰਸੀਲਿਸ ਸ਼ਹਿਰ ਆ ਫਰਾਂਸ ਦਾ, ਜਿੱਥੇ ਜਾ ਕੇ ਤੇ ਸਿੱਖ ਫੌਜਾਂ ਜਿਹੜੀਆਂ ਨੇ ਲੈਂਡ ਕੀਤੀਆਂ ਸ਼ਿਪਾਂ ਦੇ ਰਾਹੀਂ। ਉਹ ਕਰਾਚੀ ਤੋਂ, ਬੰਬੇ ਤੋਂ ਉਹਨਾਂ ਦੇ ਜਹਾਜ਼ ਜਿਹੜੇ ਨੇ ਉਹ ਗਏ ਨੇ ਫਸਟ ਵਰਲਡ ਵਾਰ ਜੀ। ਔਰ ਉੱਥੇ ਜਦੋਂ ਉਤਰੀਆਂ ਨੇ ਤੇ ਉਤੋਂ ਫਿਰ ਗਾਂ ਫਿਰ ਆਪਣਾ ਜਿੱਥੇ ਜਿੱਥੇ ਵੀ ਉਹ ਗਈਆਂ ਨੇ ਤੇ ਮੈਂ ਉਹਨਾਂ ਨੂੰ ਫਾਲੋ ਅਪ ਕਰਕੇ ਤੇ 2 ਸਾਲ ਮੈਨੂੰ ਇਸ ਤਰ੍ਹਾਂ ਫਰਾਂਸ ਤੇ ਬੈਲਜੀਅਮ ਜੀ, ਇਹ ਵੈਸਟਰਨ ਫਰੰਟ ਸੀਗਾ। ਹਾਂਜੀ। ਔਰ ਇਹਦੇ ਵਿੱਚ ਮੈਂ ਫਿਰ ਤੁਰ ਕੇ, ਕਿਉਂਕਿ ਇਹ 151 ਸਮਿਟਰੀਆਂ ਜਿਹੜੀਆਂ ਨੇ ਉਹ ਫਰਾਂਸ ਦੇ ਵਿੱਚ ਨੇ ਜੀ, 38 ਸਮਿਟਰੀਆਂ ਜਿਹੜੀਆਂ ਨੇ ਜਿਨ੍ਹਾਂ 'ਚ ਸਿੰਘ ਨੇ ਉਹ ਬੈਲਜੀਅਮ ਦੇ ਵਿੱਚ ਨੇ। ਹਾਂਜੀ। ਤਾਂ ਉਹ ਫਿਰ ਮੈਂ ਫਿਰ ਕੇ ਤੇ ਇਹਨਾਂ ਦੀ ਭਾਲ ਜਿਹੜੀ ਆ ਮੈਂ ਉਹ ਸ਼ੁਰੂ ਕੀਤੀ। ਔਰ ਬੜੀ ਹੈਰਾਨੀ ਵਾਲੀ ਗੱਲ ਆ ਵੀ ਇਸ ਤਰ੍ਹਾਂ ਵੀ ਜਿਸ ਤਰ੍ਹਾਂ 1000 ਸੱਜਣ, ਚਾਹੇ ਉਹ ਕੈਨੇਡਾ ਦੇ ਨੇ, ਚਾਹੇ ਆਸਟ੍ਰੇਲੀਆ ਦੇ ਨੇ, ਚਾਹੇ ਅਮਰੀਕਾ ਦੇ ਨੇ ਜੀ, ਉਹਨਾਂ ਨੂੰ ਉੱਥੇ ਦਫਨਾਇਆ ਹੋਇਆ। ਅੱਛਾ ਜੀ। ਉਹਦੇ ਵਿੱਚ ਹੀ ਸਾਡੇ ਸਿੰਘਾਂ ਨੂੰ ਥਾਂ ਮਿਲੀ ਹੋਈ ਹੈ। ਅੱਛਾ ਜੀ। ਸਿੰਘਾਂ ਦੀਆਂ ਜਿਨ੍ਹਾਂ ਦੀਆਂ ਬੌਡੀਆਂ ਮਿਲ ਗਈਆਂ ਉਹਨਾਂ ਦੇ ਸੰਸਕਾਰ ਕਰਕੇ ਤੇ ਉਹਨਾਂ ਨੂੰ ਉਹਨਾਂ ਦੇ ਵਿੱਚ ਥਾਂ ਦੇ ਕੇ ਤੇ ਇੱਕ ਪੱਥਰ ਲਾ ਦਿੱਤਾ ਗਿਆ ਉੱਪਰ। ਅੱਛਾ ਜੀ। ਔਰ ਉਸ ਪੱਥਰ ਦੇ ਉੱਤੇ ਲਿਖ ਦਿੱਤਾ ਗਿਆ, ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਸਕਾਰੇ ਗਏ ਜੀ, ਗੁਰਮੁਖੀ ਦੇ ਵਿੱਚ ਜੀ। ਮਤਲਬ ਨਾਮ ਨਹੀਂ ਦੱਸਿਆ ਗਿਆ ਜਿਹੜਾ ਵਿਅਕਤੀ। ਅੰਗਰੇਜ਼ੀ ਦੇ ਵਿੱਚ ਉਹਦਾ ਨਾਂ, ਉਹਦਾ ਸਰਵਿਸ ਨੰਬਰ, ਅੱਛਾ ਜੀ, ਉਹਦੀ ਰੈਜੀਮੈਂਟ ਦਾ ਨਾਂ, ਅੱਛਾ ਜੀ, ਤੇ ਡੇਟ ਆਫ ਐਕਸ਼ਨ, ਅੱਛਾ ਜੀ, ਕਿਹੜੇ ਦਿਨ ਉਹ ਪੂਰਾ ਹੋਇਆ ਜੀ ਜੀ। ਇੰਨੀ ਜਾਣਕਾਰੀ ਉਹ ਸਾਂਝੀਆਂ ਜਿਹੜੀਆਂ ਸਮਿਟਰੀਆਂ ਨੇ ਸਾਡੀਆਂ, ਜਿਹਦੇ ਵਿੱਚ ਇਹ ਸਾਰੇ ਮੁਲਕ ਜਿਹੜੇ ਇਨਵੋਲਵ ਨੇ ਜਿਨ੍ਹਾਂ ਨੇ ਲੜਾਈਆਂ ਲੜੀਆਂ, ਉਹਦੇ ਵਿੱਚ ਸਿੰਘਾਂ ਦੇ ਜਿਹੜੇ ਨੇ ਇਹ ਸਮਾਧਾਂ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਜੀ ਜੀ, ਇਸ ਤਰ੍ਹਾਂ ਹੋ ਗਈਆਂ ਜੀ ਜੀ। 2-2.5 ਸਾਲਾਂ ਬਾਅਦ ਮੈਂ ਇਹ ਸਾਰਾ ਕਾਰਜ ਕਰਕੇ ਫਰਾਂਸ ਦਾ ਮੈਂ ਬੈਲਜੀਅਮ ਆ ਗਿਆ। ਅੱਛਾ ਜੀ। ਤੇ ਬੈਲਜੀਅਮ ਦਾ ਇੱਕ ਸ਼ਹਿਰ ਈਪਰ ਹੈ। ਅੱਛਾ ਜੀ। ਔਰ ਇੱਥੇ 2 ਬਹੁਤ ਹੀ ਵੱਡੀਆਂ ਲੜਾਈਆਂ ਹੋਈਆਂ ਔਰ ਇੱਥੇ ਸਾਡੀ ਲਾਹੌਰ ਡਿਵੀਜ਼ਨ ਜਿਹੜੀ ਆ ਉਹ ਐਕਟਿਵ ਸੀਗੀ। ਅੱਛਾ ਜੀ। ਔਰ ਇਹ 1914 22 ਅਕਤੂਬਰ 1914 ਨੂੰ ਲੜਾਈ ਸ਼ੁਰੂ ਹੋਈ ਆ। ਹਾਂਜੀ। ਜਿਹਦੇ ਵਿੱਚ ਸਿੰਘਾਂ ਨੇ ਹਿੱਸਾ ਲਿਆ ਬਹੁਤ ਵੱਡੀ ਗਿਣਤੀ 'ਚ ਜੀ। ਔਰ ਉਹ ਸ਼ਹਿਰ ਦੀ ਰੱਖਿਆ ਵੀ ਕੀਤੀ ਔਰ ਸ਼ਹਾਦਤਾਂ ਵੀ ਪਾਈਆਂ। ਅੱਛਾ ਜੀ। ਔਰ ਜਿਹੜੀ ਦੂਸਰੀ ਲੜਾਈ ਉਹਨਾਂ ਨੇ ਅਪ੍ਰੈਲ 1915 ਨੂੰ ਲੜੀ ਆ। ਅੱਛਾ ਜੀ। ਜਿਹਦੇ ਵਿੱਚ ਕੈਮੀਕਲ ਗੈਸ ਛੱਡੀ ਗਈ ਆ ਪਹਿਲੀ ਵਾਰੀ। ਅੱਛਾ ਜੀ। ਦੁਨੀਆ ਦੇ ਇਤਿਹਾਸ ਦੇ ਵਿੱਚ ਜੀ ਜਰਮਨ ਨੇ ਕੈਮੀਕਲ ਗੈਸ ਇਹਨਾਂ ਦੇ ਉੱਤੇ ਵਰਤੀ ਔਰ ਸਾਡੀ 47ਵੀਂ ਸਿੱਖ ਰੈਜੀਮੈਂਟ ਸਭ ਤੋਂ ਅੱਗੇ ਸੀ ਜੀ। ਜਦੋਂ ਇਹਨਾਂ ਨੇ 26 ਅਪ੍ਰੈਲ 1915 ਨੂੰ ਜਰਮਨਾਂ ਦੇ ਉੱਤੇ ਹਮਲਾ ਕੀਤਾ ਤਾਂ ਅੱਗੋਂ ਉਹਨਾਂ ਨੇ ਇਹ ਕੈਮੀਕਲ ਗੈਸ ਛੱਡ ਦਿੱਤੀ ਜੀ। ਤੇ 444 ਸਿੰਘਾਂ ਦੇ ਵਿੱਚੋਂ 348 ਸਿੰਘ ਜਿਹੜੇ ਨੇ ਉਹ ਵਾਪਸ ਨਹੀਂ ਆਏ। ਅੱਛਾ ਜੀ। ਉਹ ਉੱਥੇ ਸ਼ਹੀਦ ਹੋ ਗਏ ਜੀ। ਔਰ ਤੁਸੀਂ ਇਹਦੇ ਤੋਂ ਅੰਦਾਜ਼ਾ ਲਾ ਲਓ ਵੀ ਉਹਨਾਂ ਦਾ ਕਿਧਰੇ ਰਿਕਾਰਡ ਹੀ ਨਹੀਂ ਹੈ। ਅੱਛਾ ਜੀ। ਮੈਨਨ ਗੇਟ ਹੈ ਇੱਕ ਉਹਨਾਂ ਦੀ ਕੌਮੀ ਯਾਦਗਾਰ ਹੈ ਬੈਲਜੀਅਮ ਦੀ। ਉਹਨਾਂ ਨੇ ਸਿਰਫ 15 ਸਿੰਘਾਂ ਦੇ ਨਾਂ ਇਹ 47ਵੀਂ ਸਿੱਖ ਰੈਜੀਮੈਂਟ ਦੇ ਲਿਖੇ ਹੋਏ ਨੇ, ਅੰਕਿਤ ਨੇ, ਬਾਕੀ ਕਿਸੇ ਦਾ ਕੋਈ ਰਿਕਾਰਡ ਨਹੀਂ ਹੈ। ਗੋਰਿਆਂ ਵੱਲੋਂ ਕੋਈ ਇਸ ਤਰ੍ਹਾਂ ਦੀ ਚੀਜ਼ ਨਹੀਂ ਸੀ, ਕਿਤਾਬ ਜਾਂ ਕੋਈ ਕਿਤਾਬਚਾ ਛਾਪਿਆ ਗਿਆ ਜਿਹਦੇ ਵਿੱਚ ਜਿਹੜੇ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ ਦੇ ਵਿੱਚ ਸਿੱਖ ਸੀ ਜਾਂ ਕੋਈ ਭਾਰਤੀ ਸੀਗੇ ਉਹਨਾਂ ਦੇ ਨਾਮ ਜਿਹੜੇ ਆ ਉਹ ਸ਼ਾਮਲ ਕੀਤੇ ਗਏ ਹੋਣ? ਹਾਂਜੀ, ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਨੇ ਉਹ ਗੋਰਿਆਂ ਨੇ ਲਿਖੀਆਂ ਨੇ ਜੀ। ਔਰ ਉਹਨਾਂ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਸਿੱਖਾਂ ਦਾ ਉਹਦੇ ਵਿੱਚ ਜ਼ਿਕਰ ਕੀਤਾ ਹੈ ਜੀ। ਉਹਨਾਂ ਦੀ ਬਹਾਦਰੀ, ਉਹਨਾਂ ਨੂੰ ਜਿਹੜੇ ਵਿਕਟੋਰੀਆ ਕ੍ਰਾਸ ਮਿਲੇ ਨੇ, ਉਹਨਾਂ ਨੂੰ ਜਿਹੜੇ IOM ਇੰਡੀਅਨ ਆਰਡਰ ਆਫ ਮੈਰਿਟ ਦਾ ਬਹੁਤ ਹਾਈਐਸਟ ਅਵਾਰਡ ਜੋ ਮਿਲਿਆ ਹੈ। IDSM ਆਪਾਂ ਉਹਨੂੰ ਕਹਿੰਦੇ ਆ ਵੀ ਇੰਡੀਅਨ ਡਿਸਟਿੰਗੁਇਸ਼ਡ ਸਰਵਿਸਿਜ਼ ਮੈਡਲ, ਇਹ ਵੀ ਬਹੁਤ ਉੱਚੇ ਲੈਵਲ ਦਾ ਹੈ। ਤੇ ਉਹ ਸੈਂਕੜੇ ਦੀ ਗਿਣਤੀ ਦੇ ਵਿੱਚ ਸਿੱਖਾਂ ਨੇ ਪ੍ਰਾਪਤ ਕੀਤੇ ਨੇ ਜੀ। ਤੇ ਲੜਾਈਆਂ ਦਾ ਵੇਰਵਾ ਉਹਨਾਂ ਨੇ ਲਿਖਿਆ ਹੋਇਆ ਹੈ ਜੀ। ਤੇ ਮੇਰਾ ਜਿਹੜਾ ਮੇਨ ਸੋਰਸ ਹੈ ਇਹ ਅੰਗਰੇਜ਼ ਇਤਿਹਾਸਕਾਰ ਹੀ ਹਨ ਜੀ ਜੀ ਜੀ। ਔਰ ਜੀ ਸਭ ਤੋਂ ਵੱਡੀ ਜਿਹੜੀ ਇੰਪੋਰਟੈਂਟ ਗੱਲ ਉਹ ਇਹ ਹੋਈ ਹੈ ਹੁਣ ਹਾਂਜੀ ਬਈ 1996 ਦਾ ਲੱਗਾ ਹੋਇਆ ਹਾਂਜੀ। ਔਰ ਇਹਨਾਂ ਸਮਿਟਰੀਆਂ ਦੇ ਰਾਹੀਂ ਲੱਭਦੇ ਸਭ ਤੋਂ ਪਹਿਲਾਂ ਯੂਰਪ ਦਾ ਇਤਿਹਾਸ ਇਕੱਠਾ ਕੀਤਾ। ਅੱਛਾ ਜੀ।
ਔਰ ਯੂਰਪ ਤੋਂ ਬਾਅਦ ਫਿਰ ਮਨ ਦੇ ਵਿੱਚ ਇਹ ਵੀ ਵਿਚਾਰ ਆ ਗਿਆ ਵੀ ਕਿਉਂ ਨਾ ਸਾਰੀ ਦੁਨੀਆ ਦਾ ਜਿੱਥੇ ਵੀ ਆਪਣੇ ਸਿੰਘ ਲੜੇ ਨੇ ਉਹਨਾਂ ਦਾ ਇਤਿਹਾਸ ਲਿਖਿਆ ਜਾਵੇ ਜੀ। ਔਰ 18 ਸਾਲਾਂ ਬਾਅਦ ਇਹ ਜੋ ਸਫਲਤਾ ਹੈ ਵਾਹਿਗੁਰੂ ਨੇ ਬਖਸ਼ੀ ਹੈ ਜੀ। ਔਰ ਉਸ ਤੋਂ ਬਾਅਦ ਹੁਣ ਸਾਰੀ ਦੁਨੀਆ ਨੂੰ ਇਸ ਗੱਲ ਦਾ ਪਤਾ ਹੈ ਜੀ। ਔਰ ਜਿੱਥੇ ਕਿਧਰੇ ਵੀ ਫਸਟ ਵਰਲਡ ਵਾਰ ਤੇ ਸੈਕੰਡ ਵਰਲਡ ਵਾਰ ਦਾ ਨਾਂ ਆਉਂਦਾ ਹੈ, ਜ਼ਿਕਰ ਆਉਂਦਾ ਹੈ, ਉੱਥੇ ਹੁਣ ਸਿੱਖਾਂ ਦਾ ਨਾਂ ਬੜੇ ਮਾਣ ਆਦਰ ਦੇ ਨਾਲ ਦੂਜੀਆਂ ਕੌਮਾਂ ਦੇ ਨਾਲ ਇਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਜਿਵੇਂ ਤੁਸੀਂ ਗੱਲ ਕੀਤੀ ਕਿ ਸਿੱਖਾਂ ਦੀਆਂ ਜਿਹੜੀਆਂ ਉੱਥੇ ਸ਼ਹੀਦੀਆਂ ਹੋਈਆਂ, ਉਹ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਯਾਦਗਾਰਾਂ ਅੰਗਰੇਜ਼ਾਂ ਨੇ ਬਣਾਈਆਂ ਸੀਗੀਆਂ ਆਪਣੇ ਤੌਰ ਦੇ ਉੱਤੇ, ਉਸ ਤੋਂ ਬਾਅਦ ਦੇ ਵਿੱਚ ਜਦੋਂ ਤੁਸੀਂ ਇਹ ਖੋਜ ਕਾਰਜ ਆਰੰਭਿਆ ਤਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨਿਕਲੀਆਂ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀਗੇ ਕਿ ਕੁਝ ਦਾ ਨਾਮ ਜਿਹੜਾ ਆ ਉਹਨਾਂ ਦੇ ਕੋਲ ਨਹੀਂ ਸੀਗਾ, ਫਿਰ ਕੁਝ ਯਾਦਗਾਰਾਂ ਬਾਅਦ ਦੇ ਵਿੱਚ ਵੀ ਹੁਣ ਸਥਾਪਿਤ ਕੀਤੀਆਂ ਗਈਆਂ ਨੇ ਵੱਖ-ਵੱਖ ਜਗ੍ਹਾ 'ਤੇ। ਅੰਗਰੇਜ਼ਾਂ ਨੇ ਇਸ ਤਰ੍ਹਾਂ ਕੀਤਾ ਵੀ ਜਿਹੜੇ ਪਿੰਡਾਂ ਦੇ ਵਿੱਚੋਂ ਭਰਤੀ ਹੋਈ ਸਿੰਘ ਗਏ ਉੱਥੇ ਉਹਨਾਂ ਨੇ ਪਲੇਕਾਂ ਲਾ ਦਿੱਤੀਆਂ। ਅੱਜ ਵੀ ਹੁਣ ਸਾਡੇ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਕਿਸੇ ਪਿੰਡ ਦੇ ਵਿੱਚੋਂ 200 ਸਿੱਖ, ਕਿਸੇ ਪਿੰਡ ਦੇ ਵਿੱਚੋਂ 135, ਕਿਸੇ ਦੇ ਵਿੱਚੋਂ 175 ਉਹ ਇਹ ਭਰਤੀ ਹੋ ਕੇ ਤੇ ਉਹ ਮੁੜ ਕੇ ਅੰਗਰੇਜ਼ਾਂ ਵਾਸਤੇ ਉਧਰ ਯੂਰਪ ਦੇ ਵਿੱਚ, ਮਿਡਲ ਈਸਟ ਦੇ ਕੰਟਰੀਆਂ ਦੇ ਵਿੱਚ, ਈਰਾਨ, ਇਰਾਕ ਔਰ ਇਸ ਤੋਂ ਇਲਾਵਾ ਇੱਧਰ ਆਪਣੇ ਬਰਮਾ ਲੈ ਲਓ, ਥਾਈਲੈਂਡ ਲੈ ਲਓ, ਇੰਡੋਨੇਸ਼ੀਆ ਲੈ ਲਓ, ਸਿੰਗਾਪੁਰ ਲੈ ਲਓ, ਫਿਲੀਪਾਈਨ ਲੈ ਲਓ, ਪਾਪੂਆ ਨਿਊ ਗਿਨੀ ਤੱਕ, ਇਹ ਮੈਂ ਦੋਨਾਂ ਵਰਲਡ ਵਾਰ ਦਾ ਜ਼ਿਕਰ ਕਰ ਰਿਹਾ ਤੇ ਉਹਨਾਂ ਨੂੰ ਉੱਥੇ ਲਿਜਾਇਆ ਗਿਆ ਔਰ ਉੱਥੇ ਉਹ ਪੂਰੀ ਸਿੱਖੀ ਟ੍ਰੈਡੀਸ਼ਨ ਦੇ ਨਾਲ, ਸਿੱਖੀ ਸ਼ਾਨ ਦੇ ਨਾਲ ਲੜੇ ਔਰ ਸ਼ਹਾਦਤਾਂ ਪ੍ਰਾਪਤ ਕੀਤੀ। ਜੀ, ਮੈਂ ਤੁਹਾਡੀ ਇੱਕ ਲਿਖਤ ਜਿਹੜੀ ਆ ਉਹ ਪੜ੍ਹ ਰਿਹਾ ਸੀਗਾ ਜਿਸ ਦੇ ਵਿੱਚ ਇਹ ਜ਼ਿਕਰ ਸੀਗਾ ਕਿ ਇੱਕ ਸਿੱਖ ਨੇ ਜਿਹੜਾ ਕਿ ਵਰਲਡ ਵਾਰ ਦੇ ਟਾਈਮ ਦੇ ਉੱਤੇ ਬਾਹਰ ਗਿਆ, ਉਸਨੇ ਆਪਣੇ ਚਾਚੇ ਨੂੰ ਇੱਕ ਪੱਤਰ ਲਿਖਿਆ ਸੀਗਾ, ਚਿੱਠੀ ਲਿਖੀ ਸੀ, ਜਿਹੜਾ ਜਲੰਧਰ ਦਾ ਸੀਗਾ ਕਿ ਇੱਥੇ ਇੰਨਾ ਕੁ ਬੁਰਾ ਹਾਲ ਹੋਇਆ ਪਿਆ ਆ ਕਿ ਜੇਕਰ ਕੋਈ ਵਾਪਸ ਪਰਤੇਗਾ ਵੀ ਤਾਂ ਉਹਦੀ ਜਾਂ ਤਾਂ ਇੱਕ ਲੱਤ ਨਹੀਂ ਹੋਏਗੀ, ਜਾਂ ਇੱਕ ਅੱਖ ਨਹੀਂ ਹੋਏਗੀ, ਜਾਂ ਇੱਕ ਬਾਂਹ ਨਹੀਂ ਹੋਏਗੀ। ਇਸ ਤਰੀਕੇ ਦੇ ਨਾਲ ਇਹ ਜੰਗ ਜਿਹੜੀ ਆ ਉਹ ਚੱਲੀ ਸੀਗੀ। ਤੇ ਇਸ ਤਰ੍ਹਾਂ ਦੇ ਕੁਝ ਇਤਿਹਾਸਿਕ ਪ੍ਰਮਾਣ ਜਿਹੜੇ ਆ ਉਹ ਜਿਹੜਾ ਚਿੱਠੀ ਦਾ ਤੁਸੀਂ ਜ਼ਿਕਰ ਕੀਤਾ ਹੈ ਉਹ ਤੁਹਾਨੂੰ ਮਿਲੀ ਵੀ ਚਿੱਠੀ? ਇਸ ਲੜਾਈ ਨੂੰ ਦੀ ਗ੍ਰੇਟ ਵਾਰ ਕਹਿੰਦੇ ਨੇ, ਫਸਟ ਵਰਲਡ ਵਾਰ ਨੂੰ। ਇੰਨੀ ਭਿਆਨਕ ਇਹ ਲੜਾਈ ਸੀ ਕਿਉਂਕਿ ਇਹਦੇ ਵਿੱਚ ਲਗਭਗ 102 ਮੁਲਕ ਜਿਹੜੇ ਨੇ ਉਹ ਸ਼ਾਮਲ ਸਨ, ਆਪੋਜ਼ਿਟ ਇੱਕ ਦੂਜੇ ਦੇ। ਇੱਕ ਬੰਨੇ ਵੱਲ ਐਕਸਿਸ ਫੋਰਸਿਸ ਜਰਮਨ ਦੀਆਂ ਔਰ ਦੂਸਰੇ ਪਾਸੇ ਵੱਲ ਅਲਾਈਡ ਫੋਰਸਿਸ ਅਮਰੀਕਾ, ਕੈਨੇਡਾ ਔਰ ਸਿੱਖ ਅਤੇ ਹੋਰ ਕੌਮਾਂ। ਉਹ ਲੜਾਈ ਦੇ ਵਿੱਚ ਜਿਹੜੀ ਚਿੱਠੀ ਦਾ ਤੁਸੀਂ ਜ਼ਿਕਰ ਕਰਦੇ ਹੋ, ਇਹ ਡਾਕਟਰ ਓਮੇਸੀ ਹੋਏ ਨੇ, ਇੰਗਲੈਂਡ ਦੇ ਇਤਿਹਾਸਕਾਰ ਹੋਏ ਨੇ। ਉਹਨਾਂ ਨੇ ਇਹ ਸਾਰੀਆਂ ਚਿੱਠੀਆਂ ਜਿਹੜੀਆਂ ਨੇ ਮੋਸਟਲੀ ਉਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਉਹਨਾਂ ਦਾ ਉਲਟਾ ਕੀਤਾ। ਇਹ ਚਿੱਠੀਆਂ ਜ਼ਿਆਦਾਤਰ ਪੰਜਾਬੀ, ਉਰਦੂ ਅਤੇ ਫਾਰਸੀ ਦੇ ਵਿੱਚ ਸਨ ਔਰ ਅੰਗਰੇਜ਼ਾਂ ਨੇ ਇਹਨਾਂ ਚਿੱਠੀਆਂ ਨੂੰ ਸੈਂਸਰ ਕਰ ਦਿੱਤਾ ਵੀ ਤਾਂ ਕਿ ਪੰਜਾਬ ਦੇ ਵਿੱਚ ਉੱਥੇ ਕੋਈ ਇਹੋ ਜਿਹੀ ਕੋਈ ਗੱਲ, ਕੋਈ ਹਿਊਮਰ ਜਾਂ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਅਫਵਾਹਾਂ ਨਾ ਫੈਲ ਜਾਣ, ਤੇ ਉਹ ਚਿੱਠੀਆਂ ਉਧਰ ਹੀ ਰਹਿ ਗਈਆਂ। ਅੱਜ ਵੀ ਹੁਣ ਬੈਲਜੀਅਮ ਦੇ ਵਿੱਚ ਬਹੁਤ ਸਾਰੀਆਂ ਚਿੱਠੀਆਂ ਜਿਹੜੀਆਂ ਨੇ ਇਨ ਫਲੈਂਡਰਸ ਫੀਲਡ ਮਿਊਜ਼ੀਅਮ ਆ, ਉਹਨਾਂ ਨੇ ਸਾਂਭੀਆਂ ਹੋਈਆਂ ਨੇ ਔਰ ਹੋਰ ਵੀ ਬਹੁਤ ਸਾਰਾ ਜਿਹੜਾ ਰਿਕਾਰਡ ਹੈ ਉਹ ਯੂਰਪ ਦੇ ਵਿੱਚ ਇਹਨਾਂ ਸਿੰਘਾਂ ਬਾਰੇ ਮਿਲਦਾ ਹੈ। ਉਹ ਚਿੱਠੀਆਂ ਤੋਂ ਸਾਨੂੰ ਨਾ ਸਾਰੀ ਲੜਾਈ ਦਾ ਜੋ ਪ੍ਰਭਾਵ ਹੈ, ਜੋ ਉਸ ਵੇਲੇ ਦੀ ਹਾਲਤ ਸੀ, ਜਿਨ੍ਹਾਂ ਕੰਡੀਸ਼ਨਸ ਦੇ ਵਿੱਚ ਆਪਣੇ ਸਿੱਖ ਲੜੇ ਨੇ, ਉਹ ਕਾਫੀ ਹੱਦ ਤੱਕ ਸਾਨੂੰ ਚਾਨਣਾ ਮਿਲਦਾ ਹੈ। ਮੈਂ ਉਹ ਚਿੱਠੀਆਂ ਆਪਣੀ ਕਿਤਾਬ ਦੇ ਵਿੱਚ ਵੀ ਲਗਭਗ 37 ਦੇ ਕਰੀਬ ਮੈਂ ਛਾਪੀਆਂ ਹਨ ਤਾਂ ਕਿ ਸਾਨੂੰ ਪੰਜਾਬ ਵਾਸੀਆਂ ਨੂੰ ਪਤਾ ਲੱਗ ਜਾਵੇ ਵੀ ਉਸ ਵੇਲੇ ਉਧਰ ਕੀ ਹੋ ਰਿਹਾ ਸੀ। ਇਹ ਜਿਹੜੇ ਸਿੱਖ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਫਸਟ ਵਰਲਡ ਵਾਰ ਦੇ ਵਿੱਚ ਗਏ, ਸੈਕੰਡ ਵਰਲਡ ਵਾਰ ਦੇ ਵਿੱਚ ਗਏ, ਇਹਨਾਂ ਦੀ ਗਿਣਤੀ ਕਿੰਨੀ ਸੀ ਜਿਹੜੇ ਇੱਥੋਂ ਗਏ ਤੇ ਉਹਨਾਂ ਦੇ ਵਿੱਚੋਂ ਜਿਹੜੇ ਉੱਥੇ ਸ਼ਹੀਦ ਹੋ ਗਏ ਤਾਂ ਜਿਹੜੇ ਬਾਕੀ ਬਚੇ ਸੀਗੇ ਉਹ ਵਾਪਸ ਪਰਤ ਕੇ ਫਿਰ ਪੰਜਾਬ ਆਏ? ਇਹ ਇਸ ਤਰ੍ਹਾਂ ਵੀ ਜਿਹੜੀ ਫਸਟ ਵਰਲਡ ਵਾਰ ਦਾ ਚਲੋ ਪਹਿਲਾਂ ਆਪਾਂ ਜ਼ਿਕਰ ਕਰ ਲਈਏ, ਇਹਦੇ ਵਿੱਚ 16 ਲੱਖ ਲੋਕਾਂ ਨੂੰ ਸਾਰੇ ਇੰਡੀਆ ਤੋਂ ਭਰਤੀ ਕਰਕੇ ਬਾਹਰ ਲਿਜਾਇਆ ਗਿਆ, ਜਿਹਦੇ ਵਿੱਚ 4.25 ਲੱਖ ਸਾਡੇ ਖਾਲਸਾ ਜੀ ਸਨ, ਅੰਮ੍ਰਿਤਧਾਰੀ ਸਿੰਘ ਸਨ। ਹੁਣ ਆਪਾਂ ਸਿੰਘਾਂ ਦੀ ਗੱਲ ਕਰਦੇ ਹਾਂ ਤੇ ਉਸ ਵੇਲੇ ਅੰਗਰੇਜ਼ਾਂ ਨੇ ਇਹਨਾਂ ਵਾਸਤੇ ਟੈਂਪਰੇਰੀ ਗੁਰਦੁਆਰੇ ਵੀ ਸਥਾਪਿਤ ਕੀਤੇ,
ਗ੍ਰੰਥੀ ਸਿੰਘ ਵੀ ਹੁੰਦੇ ਸਨ। ਹਾਂਜੀ। ਇਸ ਤੋਂ ਇਲਾਵਾ ਢੱਡ ਸਾਣਗੀ ਵਾਲੇ ਵੀ ਹੁੰਦੇ ਸਨ ਜੀ। ਬਾਬਾ ਜੀ ਦਾ ਪ੍ਰਕਾਸ਼ ਕਰਕੇ ਅਰਦਾਸ ਕਰਕੇ ਫਿਰ ਹਮਲਾ ਕੀਤਾ ਜਾਂਦਾ ਸੀ ਜੀ। ਇੱਥੇ ਮੈਂ ਇੱਕ ਹੁਣ ਤੁਹਾਨੂੰ ਉਦਾਹਰਨ ਦਵਾਂਗਾ। ਤੁਸੀਂ ਪੁੱਛਿਆ ਹੈ ਕਿ ਲੜਾਈਆਂ ਦਾ ਵਰਤਾਂਤ ਕਰੋ ਜੀ। ਗੈਲਾਪੋਲੀ ਦੀ ਲੜਾਈ ਬਹੁਤ ਮਸ਼ਹੂਰ ਹੈ। ਇਹ ਸ਼ਹਿਰ ਟਰਕੀ ਦੇ ਵਿੱਚ ਹੈ ਜੀ। ਕਿਉਂਕਿ ਟਰਕੀ ਵੀ ਵਿੱਚ ਇੱਕ ਪਾਰਟੀ ਸੀ, ਆਪੋਜਿਟ ਪਾਰਟੀ ਸੀ। ਉੱਥੇ ਸਾਡੇ ਸਿੱਖ, ਕੈਨੇਡੀਅਨ, ਫਰੈਂਚ ਤੇ ਆਪਣੇ ਬ੍ਰਿਟਿਸ਼ ਇਹ ਲੜੇ ਨੇ, ਨਾਲ ਸਿੰਘ ਵੀ ਲੜੇ ਨੇ ਜੀ। ਤੇ ਕੁਝ ਤੋਪਾਂ ਸਨ ਜੋ ਬਹੁਤ ਨੁਕਸਾਨ ਕਰਦੀਆਂ ਸੀ ਜੀ। ਤੇ ਉਹਨਾਂ ਤੋਂ ਬਚਣ ਵਾਸਤੇ ਜਾਂ ਉਹਨਾਂ ਨੂੰ ਸ਼ਾਂਤ ਕਰਨ ਵਾਸਤੇ 14ਵੀਂ ਫਿਰੋਜ਼ਪੁਰ ਕਿੰਗਸ ਜਾਰਜ ਜਿਹੜੀ ਆਪਣਾ ਸਿਰਫ ਰੈਜੀਮੈਂਟ ਸੀਗੀ, ਉਹਨਾਂ ਨੂੰ ਹੁਕਮ ਕੀਤਾ ਗਿਆ ਕਿ ਇਹਨਾਂ ਨੂੰ ਬੰਦ ਕਰੋ ਜੀ। ਔਰ ਸਿੰਘਾਂ ਨੇ ਉਸੇ ਤਰ੍ਹਾਂ ਅਰਦਾਸ ਕਰਕੇ, ਔਰ ਆਪ ਜੀ ਨੂੰ ਹੁਣ ਪਤਾ ਹੀ ਆ ਕਿ ਖੁੱਲਾ ਮੈਦਾਨ ਆ ਔਰ ਸਾਰੇ ਹੀ ਅੱਗੇ ਵਧਦੇ ਗਏ। ਜਿਹੜੇ ਸ਼ਹੀਦ ਵੀ ਹੁੰਦੇ ਗਏ ਉਹਨਾਂ ਦੇ ਵੀ ਮੂੰਹ ਅਗਲੇ ਪਾਸੇ ਵੱਲ ਨੂੰ ਨੇ ਔਰ ਉਹਨਾਂ ਨੇ ਮੁੜ ਕੇ ਮੋਰਚਿਆਂ ਦੇ ਵਿੱਚ ਜਾ ਕੇ ਹੱਥੋਂ-ਪਾਈ ਦੀ ਲੜਾਈ ਦੇ ਵਿੱਚ ਟਰਕੀਆਂ ਨੂੰ ਓਵਰਪਾਵਰ ਕਰ ਲਿਆ ਔਰ ਉਹ ਤੋਪਾਂ ਦੇ ਜਿਹੜੇ ਨੇ ਮੂੰਹ ਨੇ ਉਹ ਸੀਲ ਕਰ ਦਿੱਤੇ ਜੀ। ਸੋ ਇਹ ਸਿੰਘਾਂ ਦੀ ਬਹਾਦਰੀ ਜੋ ਸਾਡਾ ਟ੍ਰੈਡੀਸ਼ਨ ਅੱਜ ਤੱਕ ਚੱਲਿਆ ਆਉਂਦਾ ਹੈ, ਉਸ ਦੀ ਇੱਕ ਪ੍ਰਤੱਖ ਉਦਾਹਰਨ ਮੈਂ ਆਪ ਜੀ ਨੂੰ ਦੇ ਰਿਹਾ ਹਾਂ। ਅੱਜ ਵੀ ਗੈਲਾਪੋਲੀ ਦੇ ਸਿੰਘਾਂ ਨੂੰ 14ਵੀਂ ਫਿਰੋਜ਼ਪੁਰ ਰੈਜੀਮੈਂਟ ਜਿਹੜੀ ਕਿ ਰਾਜਾ ਕਿੰਗ ਜਾਰਜ ਦੇ ਬਿਲਕੁਲ ਥੱਲੇ ਸੀਗੀ, ਉਹਨਾਂ ਨੇ 94 ਜਿਹੜੇ ਸਿੱਖ ਸਨ ਉਹ ਉਹਦੇ ਵਿੱਚ ਲਏ ਹੋਏ ਸਨ ਔਰ ਇਹ ਉਹਨਾਂ ਨੇ ਕਾਰਨਾਮਾ ਕੀਤਾ ਹੈ ਟਰਕੀ ਦੇ ਵਿੱਚ। ਜੀ ਬਿਲਕੁਲ। ਗੱਲ ਕਰੀਏ ਜਿਵੇਂ ਅਸੀਂ ਸੁਲਤਾਨ ਪਿੰਡ ਦੇ ਵਿੱਚ ਬੈਠੇ ਹੋਏ ਹਾਂ, ਸੁਲਤਾਨ ਪਿੰਡ ਦੀ ਗੱਲ ਕਰੀਏ ਤਾਂ ਇੱਥੇ ਇੱਕ ਸਿੱਲ ਜਿਹੜੀ ਆ ਉਹ ਵੀ ਲੱਗੀ ਹੋਈ ਆ ਕਿ ਇਸ ਪਿੰਡ ਦੇ ਵੀ ਸਿੱਖ ਜਿਹੜੇ ਆ ਉਹ ਇਹਨਾਂ ਲੜਾਈਆਂ ਦੇ ਵਿੱਚ ਸ਼ਾਮਲ ਹੋਏ। ਕਿੰਨੇ ਸਿੱਖ ਇਸ ਪਿੰਡ ਦੇ ਸੀਗੇ ਜਿਹੜੇ ਸ਼ਾਮਲ ਹੋਏ? ਤੇ ਗੱਲ ਕਰੀਏ ਜੇਕਰ ਪੂਰੇ ਪੰਜਾਬ ਦੀ ਤਾਂ ਬਹੁਤ ਸਾਰੇ ਤਾਂ ਅਜਿਹੇ ਵੀ ਹੋਣਗੇ ਜਿਨ੍ਹਾਂ ਨੂੰ ਪਤਾ ਨਹੀਂ ਕਿ ਸਾਡੇ ਪੁਰਖੇ ਜਿਹੜੇ ਵੱਡੇ ਵਡੇਰੇ ਸੀਗੇ ਉਹ ਇਹ ਲੜਾਈਆਂ ਦੇ ਵਿੱਚ ਗਏ। ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੈ ਜੀ, ਜਾਂ ਸਮਾਂ ਬੀਤਣ ਦੇ ਨਾਲ ਉਹ ਭੁੱਲ ਗਏ ਇਹਨਾਂ ਨੇ ਜੀ, ਕਿਉਂਕਿ ਇਸ ਗੱਲ ਨੂੰ 100 ਸਾਲ ਤੋਂ ਵੀ ਉੱਪਰ ਹੋ ਗਿਆ ਜੀ। ਜੀ ਜੀ। ਇਸ ਪਿੰਡ ਤੋਂ 19ਵੀਂ ਪੰਜਾਬੀ ਰੈਜੀਮੈਂਟ ਜਿਹੜੀ ਹੈ ਉਹ ਪੈਦਾ ਕੀਤੀ ਗਈ ਜੀ, ਉਹਦੀ ਭਰਤੀ ਹੋਈ ਔਰ ਬਾਕੀ ਲਾਗੇ ਪਿੰਡ ਆਪਣੇ ਇਬਣ ਤੋਂ, ਸਾਂਗਣੇ ਤੋਂ ਜੀ, ਕਸੇਲ ਤੋਂ, ਢੰਡ ਤੋਂ ਤੇ ਈਵਨ ਝਵਾਲ ਤੋਂ ਇਹ ਸਾਰੇ ਭਰਤੀ ਕਰਕੇ ਤੇ 19ਵੀਂ ਪੰਜਾਬੀ ਰੈਜੀਮੈਂਟ ਜਿਹੜੀ ਹੈ ਉਹ ਕੰਪਲੀਟ ਹੋਈ ਜੀ। ਜਿੱਥੋਂ ਤੱਕ ਸੁਲਤਾਨ ਪਿੰਡ ਦਾ ਸੰਬੰਧ ਹੈ 135 ਸਿੰਘਾਂ ਨੂੰ ਇੱਥੋਂ ਭਰਤੀ ਕੀਤਾ ਗਿਆ ਜੀ। ਉਹਨਾਂ ਦੇ ਵਿੱਚੋਂ 4 ਜਿਹੜੇ ਸਿੰਘ ਨੇ ਉਹ ਬਸਰੇ ਦੀ ਲੜਾਈ ਦੇ ਵਿੱਚ ਸ਼ਹਾਦਤ ਪਾ ਗਏ ਜੀ ਔਰ 2 ਜਿਹੜੇ ਸਿੰਘ ਨੇ ਉਹ ਇਜਿਪਟ ਦੇ ਲਾਗੇ ਹੀ ਜੀ ਉਹਨਾਂ ਨੇ ਸ਼ਹਾਦਤਾਂ ਪਾਈਆਂ ਨੇ ਜੀ ਜੀ। ਲੇਕਿਨ ਉਹ ਥਾਂ ਇਹੋ ਜਿਹੀ ਆ ਉਹਨੂੰ ਮੇਨਟੇਨ ਨਹੀਂ ਕੀਤਾ ਜਾ ਸਕਦਾ ਜੀ, ਤੇ ਉਸ ਕਰਕੇ ਉਹਨਾਂ ਦੇ ਜਿਹੜੇ ਨਾਂ ਨੇ ਉਹ ਇੰਡੀਆ ਗੇਟ ਦੇ ਉੱਤੇ ਉਕਰੇ ਹੋਏ ਨੇ ਜੀ। ਔਰ ਇੱਕ ਸਿੰਘ ਜਿਹੜਾ ਹੈ ਤੈਲ ਅਵੀਵ ਤੋਂ ਕੋਈ 4 ਕਿਲੋਮੀਟਰ ਦੀ ਦੂਰੀ ਤੇ ਲਲਾਹਾ ਸਮਿਟਰੀ ਦਾ ਨਾਂ ਹੈ, ਉਹਦੇ ਵਿੱਚ ਉਹਦੀ ਸਿਲ ਲੱਗੀ ਹੋਈ ਹੈ, ਉਹਦੇ ਉੱਤੇ ਉਹਦਾ ਨਾਂ, ਉਹਦਾ ਏਕਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਾ ਜੋ ਹੈ ਉਹ ਲਿਖਿਆ ਹੋਇਆ ਹੈ। ਔਰ ਇੱਕ ਜੋ ਸਿੰਘ ਹੈ ਇਹਨਾਂ ਦਾ ਸੈਕੰਡ ਵਰਲਡ ਵਾਰ ਦਾ, ਉਹ ਵੀ ਇਸੇ ਪਿੰਡ ਤੋਂ ਬਸਰੇ ਦੇ ਵਿੱਚ ਸ਼ਹੀਦ ਹੋਇਆ ਹੈ। ਅੱਛਾ ਜੀ। ਇਸ ਪਿੰਡ ਵਾਲਿਆਂ ਦੇ ਕੋਲ 3 ਸਾਲ ਪਹਿਲੋਂ ਮੈਂ ਆਇਆ, ਕਿਉਂਕਿ ਜਦੋਂ ਮੈਂ ਕਿਤਾਬ ਆਪਣੀ ਡਾਕੂਮੈਂਟ ਕਰ ਰਿਹਾ ਸੀ ਸਾਰੀ, ਉਹਦੇ ਵਿੱਚ ਸੁਲਤਾਨ ਪਿੰਡ ਦਾ ਜ਼ਿਕਰ ਆਇਆ ਔਰ ਮੇਰੇ ਕੰਨ ਖੜੇ ਹੋ ਗਏ ਕਿ ਵੀ ਇਹ ਤਾਂ ਮੇਰੇ ਬਿਲਕੁਲ ਲਾਗੇ ਹੈ ਹਾਂਜੀ। ਔਰ ਮੈਂ ਫਿਰ ਸਪੈਸ਼ਲ ਇਸ ਪਿੰਡ ਦੇ ਵਿੱਚ ਆਇਆ ਜੀ ਔਰ ਮੈਂ ਫਿਰ ਇੱਥੇ ਲੋਕਾਂ ਨੂੰ ਪੁੱਛਿਆ ਤੇ ਵੈਸੇ ਕਿਸੇ ਨੂੰ ਨਹੀਂ ਸੀ ਪਤਾ ਜੀ। ਫਿਰ ਜਦੋਂ ਸੇਲ ਮੈਂ ਵੇਖੀ ਤੇ ਉਹਦੇ ਸਾਹਮਣੇ ਸਾਨੂੰ ਗੁਰਿੰਦਰ ਸਿੰਘ, ਉਹ ਡੈਂਟਿਸਟ ਨੇ, ਉਹਨਾਂ ਦੀ ਉੱਥੇ ਆਪਣੀ ਕਲੀਨਿਕ ਆ ਤੇ ਉਹਨਾਂ ਕੋਲ ਚਲਾ ਗਿਆ ਤੇ ਉਹ ਮੈਨੂੰ ਸਰਦਾਰ
ਹਰਜਾਬ ਸਿੰਘ ਜੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਉਹਨਾਂ ਕੋਲ ਲੈ ਆਏ ਤੇ ਉਹਦੇ ਬਾਅਦ ਫਿਰ ਇਹਨਾਂ ਨੇ ਸਾਰਾ ਪਿੰਡ ਇਕੱਠਾ ਕਰਕੇ ਮੇਰਾ ਮੈਨੂੰ ਸਤਿਕਾਰ ਵੀ ਦਿੱਤਾ ਤੇ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਬੇਨਤੀ ਕੀਤੀ ਵੀ ਸਾਨੂੰ ਇਹਨਾਂ ਦੀ ਇੱਥੇ ਯਾਦਗਾਰ ਬਣਾਉਣੀ ਚਾਹੀਦੀ ਹੈ। ਯੂਰਪ ਦੇ ਵਿੱਚ ਬਣ ਗਈਆਂ ਨੇ, ਮੈਂ ਆਪ ਜੀ ਨੂੰ ਜ਼ਿਕਰ ਕਰ ਚੁੱਕਾ, ਤੇ ਇੱਥੇ ਜਿੱਥੋਂ ਸਿੰਘ ਗਏ ਨੇ ਇਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਇਹ ਆਪਣੇ ਪੁਰਖਿਆਂ ਦੀਆਂ ਯਾਦਗਾਰ ਜਿਹੜੀਆਂ ਨੇ ਉਹ ਸਥਾਪਿਤ ਕਰਨ। ਹੁਣ ਤੀਸਰਾ ਸਾਲ ਚੱਲਦਾ ਹੈ। ਹਰ ਸਾਲ 18 ਨਵੰਬਰ ਨੂੰ ਇਹ ਇੱਥੇ ਪਿੰਡ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਕਰਦੇ ਨੇ। ਗੁਰਦੁਆਰੇ ਦੇ ਵਿੱਚ ਪਹਿਲੋਂ ਅਖੰਡ ਪਾਠ ਸਾਹਿਬ ਹੁੰਦੇ ਨੇ ਤੇ ਉਸ ਤੋਂ ਬਾਅਦ ਫਿਰ ਬਹੁਤ ਹੀ ਸਾਰਾ ਪਿੰਡ ਔਰ ਇੱਧਰੋਂ ਆਲੇ ਦੁਆਲੇ ਦੇ ਆਪਣੇ ਸਾਰੇ ਜੋ ਵੀ ਸੰਗਤ ਹੈ ਉਹ ਆਉਂਦੀ ਹੈ। ਔਰ ਇਸ ਵਾਰੀ ਲਗਭਗ 65 ਸ਼ਹੀਦਾਂ ਦੇ ਪਰਿਵਾਰਾਂ ਨੂੰ ਜਿਹੜੇ ਫਸਟ ਵਰਲਡ ਵਾਰ ਦੇ ਵਿੱਚ ਔਰ ਅੰਮ੍ਰਿਤਸਰ ਜ਼ਿਲ੍ਹੇ ਦੇ ਬਿਲਕੁਲ ਲਾਗੇ ਛਾਗੇ ਨੇ ਰਹਿੰਦੇ ਨੇ, ਉਹਨਾਂ ਦਾ ਜੋ ਸਨਮਾਨ ਹੈ ਉਹ ਪਿੰਡ ਵਾਲਿਆਂ ਨੇ, ਡਿਪਟੀ ਕਮਿਸ਼ਨਰ ਸਾਹਿਬ ਨੇ, ਬਾਬਾ ਜੀ ਖਡੂਰ ਸਾਹਿਬ ਵਾਲੇ ਉਹਨਾਂ ਨੇ ਅਤੇ ਹੋਰ ਪਤਵੰਤੇ ਸੱਜਣਾਂ ਨੇ ਰਲ ਕੇ ਪਿੰਡ ਵਾਲਿਆਂ ਨੇ ਉਹਨਾਂ ਦਾ ਬਣਦਾ ਮਾਨ ਸਤਿਕਾਰ ਕੀਤਾ ਹੈ। ਤੁਸੀਂ ਕਿੰਨੀਆਂ ਕਿਤਾਬਾਂ ਜਿਹੜੀਆਂ ਆ ਉਹ ਲਿਖ ਚੁੱਕੇ ਹੋ ਤੇ ਉਹ ਕਿਤਾਬਾਂ ਫਸਟ ਵਰਲਡ ਵਾਰ ਦੇ ਉੱਤੇ ਤੇ ਸੈਕੰਡ ਵਰਲਡ ਵਾਰ ਦੇ ਉੱਤੇ ਆਧਾਰਿਤ ਆ ਜਾਂ ਫਿਰ ਕਿਸੇ ਹੋਰ ਪੱਖ ਨੂੰ ਵੀ ਛੋਹਿਆ ਗਿਆ ਹੈ ਜਾਂ ਫਿਰ ਸਿੱਖਾਂ ਦੇ ਉੱਤੇ ਆਧਾਰਿਤ ਹੀ ਸੀਗੀਆਂ ਸਾਰੀਆਂ? ਪਹਿਲੀ ਜਿਹੜੀ ਮੇਰੀ ਕਿਤਾਬ ਹੈ ਉਹ ਹੈ ਹਾਊ ਯੂਰਪ ਇਜ਼ ਇੰਡੈਪਟਡ ਟੂ ਦੀ ਸਿੱਖਸ। ਯੂਰਪ ਸਿੱਖਾਂ ਦਾ ਰਿਣੀ ਕਿਵੇਂ ਹੈ। ਉਹਦੇ ਵਿੱਚ ਲਗਭਗ ਸਾਰੇ ਯੂਰਪ ਦਾ ਜਿਹੜਾ ਰਿਕਾਰਡ ਹੈ ਉਹਨੂੰ ਅੰਕਿਤ ਕੀਤਾ ਗਿਆ। ਔਰ ਉਸ ਤੋਂ ਬਾਅਦ ਫਿਰ ਮੈਂ ਹਾਊ ਯੂਰਪ ਇਜ਼ ਇੰਡੈਪਟਡ ਟੂ ਦੀ ਸਿੱਖਸ ਸੈਕੰਡ ਵਰਲਡ ਵਾਰ, ਉਹ ਮੈਂ ਸਾਰਾ ਰਿਕਾਰਡ ਜਿਹੜਾ ਹੈ ਉਹ ਮੇਰੀ ਦੂਸਰੀ ਕਿਤਾਬ ਦੇ ਵਿੱਚ ਹੈ। ਉਸ ਤੋਂ ਬਾਅਦ ਫਿਰ ਮੈਂ ਡੱਚ ਸਿੱਖਸ ਲਿਖੀ, ਬਰੀਫ ਹਿਸਟਰੀ ਆਫ ਦੀ ਡੱਚ ਸਿੱਖਸ। ਔਰ ਕਿਉਂਕਿ ਸਾਡਾ ਸੰਬੰਧ 1710 ਈਸਵੀ ਤੋਂ ਹੈ ਡੱਚ ਲੋਕਾਂ ਦੇ ਨਾਲ। ਉਹਨਾਂ ਦੇ ਨਾਲ ਕਿਵੇਂ? ਮੈਂ ਚਾਹੂੰਗਾ ਜ਼ਰੂਰ ਦਰਸ਼ਕਾਂ ਦੇ ਨਾਲ ਤੁਸੀਂ ਸਾਂਝਾ ਕਰੋ। ਉਹਨਾਂ ਦੇ ਨਾਲ ਇਸ ਤਰ੍ਹਾਂ ਬਣਿਆ ਕਿਉਂਕਿ ਡੱਚ ਲੋਕ ਵੀ ਜਿਹੜੇ ਨੇ ਉਹ ਵੀ ਇੰਡੀਆ ਦੇ ਵਿੱਚ ਰਾਜ ਕਰਨ ਦੀ ਨੀਤੀ ਦੇ ਅਧੀਨ ਆਏ, ਜਿਸ ਤਰ੍ਹਾਂ ਅੰਗਰੇਜ਼ ਆਏ, ਪੁਰਤਗਾਲੀ ਆਏ, ਫਰਾਂਸੀਸੀ ਆਏ। ਔਰ 52 ਸਾਲ ਲਗਭਗ ਇਹ ਸਾਊਥ ਇੰਡੀਆ ਦੇ ਵਿੱਚ ਇਹ ਰਹੇ ਨੇ। 1710 ਈਸਵੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਫਤਿਹ ਕੀਤੀ ਹੈ ਤੇ ਇਹ ਸਾਰਾ ਇਲਾਕਾ ਜਿਹੜਾ ਹੈ ਕਰਨਾਲ, ਪਾਣੀਪਤ, ਸੋਨੀਪਤ, ਹਿਸਾਰ ਔਰ ਇੱਧਰ ਆਪਣੇ ਰਾਹੋਂ ਪਿੰਡ ਪੰਜਾਬ ਦੇ ਵਿੱਚ, ਉੱਧਰ ਹਿਮਾਚਲ ਵੱਲ ਨੂੰ, ਇਹ ਸਾਰਾ ਸਿੱਖ ਰਾਜ ਦਾ ਹਿੱਸਾ ਬਣ ਗਿਆ। ਤੇ ਡੱਚ ਈਸਟ ਇੰਡੀਆ ਕੰਪਨੀ ਦਾ ਅੰਬੈਸਡਰ ਸੀ ਮਿਸਟਰ ਕੈਟਲਾਰ। ਉਹਨੇ ਬਹਾਦਰ ਸ਼ਾਹ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਕਿ ਵਪਾਰ ਸੰਬੰਧੀ ਵੀ ਮੈਂ ਮਿਲ ਕੇ ਤੇ ਕੁਝ ਕੰਸੈਸ਼ਨਸ ਲਵਾਂ। ਔਰ ਉਹ ਸਾਡੇ ਸਿੱਖਾਂ ਦੇ ਇਲਾਕੇ ਦੇ ਵਿੱਚੋਂ ਜਦੋਂ ਲੰਘਿਆ, ਦਿੱਲੀ ਤੋਂ ਉਰਲੇ ਪਾਸੇ ਵੱਲ ਪੱਛਮ ਵਾਲੇ ਪਾਸੇ ਵੱਲ ਨੂੰ ਜਦੋਂ ਲੰਘਿਆ ਤੇ ਉਹਨੇ ਇਹਨਾਂ ਦੀ ਡੀਲ ਡੌਲ ਵੇਖ ਕੇ, ਇਹਨਾਂ ਦੀਆਂ ਸਿਹਤਾਂ ਵੇਖ ਕੇ, ਇਹਨਾਂ ਦੀਆਂ ਚੌੜੀਆਂ ਛਾਤੀਆਂ ਵੇਖ ਕੇ, ਔਰ ਮੇਰੇ ਹਿਸਾਬ ਦੇ ਨਾਲ ਕਿਉਂਕਿ ਸਾਡਾ ਵੀ ਇੱਕ ਹਾਲਤ ਦਾ ਲਫ਼ਜ਼ ਹੈ ਡੂਸ਼, ਤੇ ਹੋ ਸਕਦਾ ਹੈ ਵੀ ਕਿਸੇ ਸਿੰਘ ਨੇ ਪੁੱਛਿਆ ਹੋਵੇ ਵੀ ਇਹ ਮਿਸਟਰ ਕੈਟਲਰ ਕੌਣ ਨੇ, ਤੇ ਉਹ ਜਿਸ ਤਰ੍ਹਾਂ ਆਪਾਂ ਪੰਜਾਬੀ 'ਚ ਸਿੱਧਾ ਕਹਿ ਦਿੰਦੇ ਆ ਵੀ ਇਹ ਡੱਚ ਨੇ, ਤੇ ਲੇਕਿਨ ਉਹਨੂੰ ਵਿਗਾੜ ਕੇ ਉਹਨੂੰ ਡੂਸ਼ ਕਹਿ ਦਿੱਤਾ ਵੀ ਡੂਸ਼ ਆ। ਤੇ ਇਹ ਲਫ਼ਜ਼ ਉੱਥੇ ਆਮ ਆ, ਕਾਮਨ ਆ ਸਾਡੇ ਹਾਲਤ ਦੇ ਵਿੱਚ ਡੂਸ਼। ਲਫ਼ਜ਼ ਡੱਚ ਵਾ ਲੇਕਿਨ ਪੰਜਾਬੀ ਦੇ ਵਿੱਚ ਡੂਸ਼ ਆ। ਉਹ ਜਦੋਂ ਇੱਥੇ ਕਾਫੀ ਸਿੰਘਾਂ ਨੂੰ ਮਿਲਿਆ, ਬੜਾ ਪ੍ਰਭਾਵਿਤ ਹੋਇਆ, ਉਹਨਾਂ ਦੇ ਨਾਲ ਗੱਲਬਾਤ ਵੀ ਉਹਨੇ ਕਰਨ ਦੀ ਕੋਸ਼ਿਸ਼ ਕੀਤੀ। ਔਰ ਉਸ ਤੋਂ ਬਾਅਦ ਫਿਰ ਉਹ ਬਹਾਦਰ ਸ਼ਾਹ ਨੂੰ ਜਦੋਂ ਮਿਲਿਆ ਲਾਹੌਰ, ਤੇ ਬਹਾਦਰ ਸ਼ਾਹ ਨੇ ਪਹਿਲੀ ਜਿਹੜੀ ਗੱਲ ਹੈ ਉਸ ਬੰਦੇ ਨੂੰ ਦੱਸੀ ਵੀ ਮੈਂ ਇੱਥੇ ਲਾਹੌਰ ਡੇਰੇ ਲਾਏ ਹੋਏ ਹਨ ਔਰ ਮੈਂ ਆਪ ਜੀ ਨੂੰ ਇਸ ਕਰਕੇ ਜਲਦੀ ਨਹੀਂ ਮਿਲ ਸਕਿਆ ਕਿਉਂਕਿ ਇੱਥੇ ਇੱਕ ਕੋਈ ਸਿੱਖਾਂ ਦਾ ਲੀਡਰ ਬੰਦਾ ਉਹਨੇ ਬੜੀ ਤਰਥੱਲ ਮਚਾਈ ਹੋਈ ਆ। ਉਹ ਪਿੰਡਾਂ ਦੇ ਪਿੰਡ ਸਾੜੀ ਜਾਂਦਾ, ਤਬਾਹ ਕਰੀ ਜਾਂਦਾ ਔਰ ਬਹੁਤ ਹੀ ਉਹਨੇ ਤਬਾਹੀ ਮਚਾਈ ਹੋਈ ਹੈ। ਉਸ ਨੂੰ ਕੁਚਲਣ ਵਾਸਤੇ ਮੇਰੀ ਜਿਹੜੀ ਸਾਰੀ ਫੌਜ ਹੈ ਉਹ ਇੱਥੇ ਲਾਹੌਰ ਆਈ ਹੋਈ ਹੈ। ਤੇ ਇਹ ਉਸ ਮਿਸਟਰ ਕੈਟਲਰ ਨੇ ਆਪਣੀ ਡਾਇਰੀ ਦੇ ਵਿੱਚ ਰਿਕਾਰਡ ਕੀਤੀ ਹੋਈ ਹੈ।
ਔਰ ਸਾਡੇ ਵਾਸਤੇ ਇਹ ਇੱਕ ਬਹੁਤ ਵੱਡੀ ਗੱਲ ਆ ਵੀ ਕੋਈ ਥਰਡ ਪਰਸਨ ਜਿਹੜਾ ਹੈ ਉਹ ਕਹਿੰਦਾ ਮੰਨਦਾ ਵਾ ਵੀ ਸਿੰਘਾਂ ਨੇ ਮਤਲਬ ਵੀ ਸਾਨੂੰ ਨੁਕਸਾਨ ਪਹੁੰਚਾਇਆ ਹੈ। ਜੀ ਜੀ ਜੀ। ਤੇ ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਤੋਂ ਲੈ ਕੇ ਉਸ ਤੋਂ ਬਾਅਦ ਫਿਰ ਜੇ ਆਪਣਾ ਕੋਹਿਨੂਰ ਹੀਰੇ ਦੀ ਆਪਾਂ ਗੱਲ ਕਰਦੇ ਹਾਂ 1852 ਈਸਵੀ ਦੇ ਵਿੱਚ ਅੰਗਰੇਜ਼ਾਂ ਨੇ ਡੱਚਾਂ ਨੂੰ ਜੀ ਇੰਗਲੈਂਡ ਦੀ ਪੈਂਟਨ ਸਟਰੀਟ ਦੇ ਵਿੱਚ ਸੱਦ ਕੇ ਉਸ ਥਾਂ ਦੇ ਉੱਤੇ 32 ਦਿਨ ਡੱਚ ਜਿਹੜੇ ਨੇ ਕਿਉਂਕਿ ਉਹ ਬਹੁਤ ਮਸ਼ਹੂਰ ਨੇ ਡਾਇਮੰਡਸ ਦੇ ਜੀ ਜੀ ਔਰ ਉਹਨੂੰ ਫਿਰ ਉਹਨਾਂ ਨੇ ਆਪਣਾ ਕੀਤਾ ਜਿਹਨੂੰ ਆਪਾਂ ਕਹਿੰਦੇ ਆ ਹੀਰੇ ਦੇ ਵਿੱਚੋਂ ਇੰਪਿਉਰਿਟੀ ਕੱਢਣੀ ਉਹ ਸਾਰੀ ਕੱਢ ਕੇ ਇਹਦੇ 186 ਕੈਰਟ ਦਾ ਸਾਡਾ ਕੋਹਿਨੂਰ ਹੀਰਾ ਸੀਗਾ ਜੀ ਔਰ ਉਸ ਨੂੰ 106 ਕੈਰਟ ਦੇ ਉੱਤੇ ਲਿਆਂਦਾ ਗਿਆ ਬਾਕੀ ਸਾਰੀਆਂ ਚੀਜ਼ਾਂ ਵਿੱਚੋਂ ਕੱਢ ਕੇ ਔਰ ਉਸ ਦੇ ਫਿਰ 4 ਹਿੱਸੇ ਜਿਹੜੇ ਨੇ ਉਹ ਕੀਤੇ ਗਏ ਜਿਹਦੇ ਵਿੱਚੋਂ ਆਪ ਜੀ ਨੂੰ ਪਤਾ ਹੈ ਕਿ ਇੱਕ ਹਿੱਸਾ ਜਿਹੜਾ ਹੈ ਉਹ ਮਹਾਰਾਣੀ ਜਿਹੜੀ ਆਪਣੇ ਉਹਦੇ ਤਾਜ ਦੇ ਵਿੱਚ ਹੈ ਇੱਕ ਹਿੱਸਾ ਜਿਹੜਾ ਹੈ ਉੱਥੇ ਮਿਊਜ਼ੀਅਮ ਆ ਟਾਵਰ ਆਫ ਲੰਡਨ ਉਹਦੇ ਵਿੱਚ ਪਿਆ ਹੈ ਸੋ ਔਰ ਉਸ ਤੋਂ ਅੱਗੇ ਜੇ ਅਸੀਂ ਚੱਲਦੇ ਹਾਂ ਤੇ ਫਸਟ ਵਰਲਡ ਵਾਰ ਦੇ ਵਿੱਚ ਸਾਡਾ ਜੋ ਸਿੱਖਾਂ ਦਾ ਰੋਲ ਹੈ ਉਹਦੇ ਵਿੱਚ ਜਰਮਨ ਫੌਜਾਂ ਨੂੰ ਚੇਜ਼ ਕਰਦੇ ਹੋਏ ਸਾਡੇ ਸਿੰਘ ਫਰਾਂਸ ਤੇ ਬੈਲਜੀਅਮ ਤੋਂ ਉਹਨਾਂ ਦੇ ਪਿੱਛੇ ਗਏ ਨੇ ਤੇ ਹਾਲੈਂਡ ਦੇ ਵਿੱਚ ਆਏ ਨੇ ਔਰ ਉਸ ਤੋਂ ਬਾਅਦ ਉਹ ਉੱਥੇ ਹੀ ਰਹਿ ਗਏ ਔਰ ਉਹਨਾਂ ਨੂੰ ਰਿਫਿਊਜੀ ਕੈਂਪਾਂ ਦੇ ਵਿੱਚ ਉੱਥੇ ਦੂਸਰੇ ਫੌਜੀਆਂ ਦੇ ਨਾਲ ਇੱਕ ਗੱਲ ਮੈਂ ਹੋਰ ਜਾਣਨੀ ਚਾਹੂੰਗਾ ਕਿ ਜਿਵੇਂ ਸਿੱਖ ਫਸਟ ਵਰਲਡ ਵਾਰ ਜਾਂ ਸੈਕੰਡ ਵਰਲਡ ਵਾਰ ਦੇ ਵਿੱਚ ਗਏ ਸੀਗੇ ਉਦੋਂ ਫਿਰ ਕੁਝ ਸਿੱਖ ਜਿਹੜੇ ਆ ਉਹ ਵਾਪਸ ਪਰਤੇ ਤੇ ਕੁਝ ਜਿਹੜੇ ਉੱਥੇ ਰਹਿ ਗਏ ਪੱਕੇ ਤੌਰ ਦੇ ਉੱਤੇ ਫਿਰ ਨਹੀਂ ਜੀ ਸਾਰੇ ਦੇ ਸਾਰੇ ਸਿੱਖ ਜਿਹੜੇ ਬਚੇ ਨੇ ਉਹ ਸਾਰੇ ਪੰਜਾਬ ਵਾਪਸ ਆ ਗਏ ਜੀ ਔਰ ਜਿਹੜੇ ਸ਼ਹੀਦ ਹੋ ਗਏ ਉਹਨਾਂ ਬਾਰੇ ਮੈਂ ਆਪ ਜੀ ਨੂੰ ਦੱਸਿਆ ਹੈ ਕਿ ਉਹ ਜਿਨ੍ਹਾਂ ਦੀਆਂ ਬੌਡੀਆਂ ਲੱਭ ਗਈਆਂ ਉਹਨਾਂ ਦੀਆਂ ਉੱਥੇ ਸਮਾਧਾਂ ਬਣਾਤੀਆਂ ਗਈਆਂ ਤੇ ਜਿਨ੍ਹਾਂ ਦੇ ਸਰੀਰ ਨਹੀਂ ਲੱਭੇ ਉਹ ਮੋਨੂਮੈਂਟ ਵੱਡੇ ਵੱਡੇ ਬਣਾ ਕੇ ਤੇ ਕੰਧਾਂ ਦੇ ਉੱਤੇ ਉਹਨਾਂ ਦੇ ਨਾਂ ਉੱਕਰ ਦਿੱਤੇ ਗਏ ਜੀ। ਹੁਣ ਕੋਈ ਵੱਡਾ ਪ੍ਰੋਗਰਾਮ ਯੂਰਪ ਦੇ ਵਿੱਚ ਇਹਨਾਂ ਸਿੱਖਾਂ ਦੀ ਸ਼ਹਾਦਤ ਦੇ ਉੱਤੇ ਜਾਂ ਇਹਨਾਂ ਨੂੰ ਯਾਦ ਕਰਦਿਆਂ ਉੱਥੇ ਕੀਤਾ ਜਾਂਦਾ ਹੈ? ਆਪ ਜੀ ਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੋਵੇਗੀ ਕਿ ਯੂਰਪ ਨੇ ਲਗਭਗ ਸਾਰੇ ਹੀ ਮੁਲਕਾਂ ਨੇ ਸਿੱਖਾਂ ਦੀ ਸ਼ਹਾਦਤ ਨੂੰ ਅਤੇ ਉਹਨਾਂ ਨੂੰ ਰੈਕੋਗਨਾਈਜ਼ ਜੋ ਹੈ ਉਹ ਕੀਤਾ ਹੋਇਆ ਹੈ ਜੀ ਔਰ 11 ਨਵੰਬਰ 1999 ਤੋਂ ਲੈ ਕੇ ਜਿਹੜਾ ਅਸੀਂ ਪਹਿਲਾ ਸਮਾਗਮ ਬੈਲਜੀਅਮ ਸਰਕਾਰ ਦੀ ਮਦਦ ਦੇ ਨਾਲ ਈਪਰ ਸ਼ਹਿਰ ਦੇ ਵਿੱਚ ਕੀਤਾ ਔਰ ਜਿਹਦੇ ਵਿੱਚ ਸਾਡੇ ਸਾਰੇ ਯੂਰਪੀਅਨ ਸਿੱਖ ਕਮਿਊਨਿਟੀ ਅਤੇ ਉਹਨਾਂ ਦੀ ਈਪਰ ਸ਼ਹਿਰ ਦੇ ਮੇਅਰ ਸਾਹਿਬ ਅਤੇ ਹੋਰ ਸਾਰੇ ਰਲ ਕੇ ਅਸੀਂ ਜੋ ਕੀਤਾ ਉਹਦੇ ਵਿੱਚ 80 ਸਾਲਾਂ ਬਾਅਦ ਪਹਿਲਾ ਅਖੰਡ ਪਾਠ ਰੱਖਿਆ ਗਿਆ ਉਹਨਾਂ ਚੀਜ਼ਾਂ ਬਾਰੇ ਔਰ ਉਸ ਤੋਂ ਇਲਾਵਾ ਉਹਨਾਂ ਨੇ ਸਾਨੂੰ 4 ਹਾਲ ਜਿਹੜੇ ਨੇ ਉਹ ਤਿਆਰ ਕਰਕੇ ਦਿੱਤੇ ਵੱਡੇ ਜਿਹਦੇ ਵਿੱਚ ਇੱਕ ਲੰਗਰ ਹਾਲ ਇੱਕ ਕੀਰਤਨ ਹਾਲ ਔਰ ਇੱਕ ਨਮਾਇਸ਼ ਸਿੱਖਾਂ ਦੀ ਨਮਾਇਸ਼ ਸਿੱਖ ਹਿਸਟਰੀ ਦੀ ਔਰ ਸਿੱਖ ਫੌਜੀਆਂ ਦੀ ਔਰ ਉਦੋਂ ਤੋਂ ਲੈ ਕੇ ਹੁਣ ਤੱਕ ਸਾਰੇ ਯੂਰਪ ਵਿੱਚੋਂ ਜਿਹੜੇ ਸਿੱਖ ਨੇ ਉਹਨਾਂ ਨੂੰ ਆਫੀਸ਼ੀਅਲੀ ਸੱਦਾ ਪੱਤਰ ਜਾਂਦੇ ਨੇ ਖਾਸ ਕਰਕੇ ਗੁਰੂ ਘਰਾਂ ਨੂੰ ਔਰ ਗੁਰੂ ਘਰਾਂ ਦੇ ਵਿੱਚ ਲੰਗਰ ਤਿਆਰ ਕਰਕੇ ਤੇ ਉੱਥੇ ਸੰਗਤ ਜਾਂਦੀ ਹੈ ਔਰ ਉੱਥੇ ਲੰਗਰ ਵੀ ਲਾਉਂਦੀ ਹੈ ਅਤੇ ਆਪਣੇ ਸ਼ਹੀਦਾਂ ਨੂੰ ਉੱਥੇ ਸ਼ਰਧਾ ਦੇ ਫੁੱਲ ਭੇਟ ਕਰਦੇ ਨੇ 11 ਨਵੰਬਰ ਨੂੰ ਦੂਸਰਾ ਜਿਹੜਾ ਸਮਾਗਮ ਹੈ ਉਹ ਇਟਲੀ ਦੇ ਸਿੰਘਾਂ ਨੇ ਜਿਸ ਤਰ੍ਹਾਂ ਮੈਂ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਉੱਥੇ ਸਾਡੀ ਇੱਕ ਸੰਸਥਾ ਹੈ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਇਟਲੀ ਰਜਿਸਟਰਡ ਉਹਨਾਂ ਸਿੰਘਾਂ ਨੇ 2008 ਤੋਂ ਬੜੀ ਮਿਹਨਤ ਕਰਕੇ ਇਸੇ ਤਰ੍ਹਾਂ ਇਹਨਾਂ ਨੂੰ ਯਾਦ ਕਰਨਾ ਸ਼ੁਰੂ ਕੀਤਾ ਔਰ ਅੱਜ ਉੱਥੇ 9 ਸਿੰਘਾਂ ਦੀਆਂ ਯਾਦਗਾਰਾਂ ਕਾਇਮ ਨੇ ਔਰ ਜਿਨ੍ਹਾਂ ਨੂੰ ਪੂਰੇ ਸਿੱਖ ਰਵਾਇਤਾਂ ਦੇ ਅਨੁਸਾਰ 5 ਪਿਆਰਿਆਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਦੇ ਉਦਘਾਟਨ ਹੋਏ ਨੇ ਤੇ ਫੋਰਲੀ ਸ਼ਹਿਰ ਹੈ ਉਹਦੇ ਵਿੱਚ ਜਿਹੜੀ ਪਹਿਲੀ ਯਾਦਗਾਰ ਬਣੀ ਹੈ 211 ਦੇ ਵਿੱਚ 2011 ਦੇ ਵਿੱਚ ਅਗਸਤ ਦੇ ਮਹੀਨੇ ਦੇ ਵਿੱਚ ਬਹੁਤ ਵੱਡਾ ਮੇਲਾ ਲੱਗਦਾ ਹੈ ਜਿਹਦੇ ਵਿੱਚ ਸਾਰੀ ਇਟਲੀ ਦੀ ਸੰਗਤ ਗੁਰੂ ਘਰਾਂ ਤੋਂ ਬੱਸਾਂ ਆਉਂਦੀਆਂ ਨੇ ਔਰ ਮਾਰਸ਼ਲ ਆਰਟਸ ਵੀ ਹੁੰਦਾ ਹੈ ਔਰ ਉਸ ਤੋਂ ਇਲਾਵਾ ਉੱਥੇ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਸਾਰਾ ਉਹ ਕਰਦੇ ਨੇ ਔਰ
ਉੱਥੋਂ ਦੇ ਇਟਲੀ ਦੇ ਜੋ ਲੋਕ ਨੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਪ੍ਰੋਗਰਾਮਾਂ 'ਚ ਹਿੱਸਾ ਲੈਂਦੇ ਨੇ। ਜੀ ਜੀ 2008 ਦਾ ਸ਼ੁਰੂ ਹੋਇਆ ਅੱਛਾ ਜੀ, ਉਹ ਲਗਾਤਾਰ ਇਸੇ ਤਰ੍ਹਾਂ ਜਾ ਰਿਹਾ ਹੈ ਜੀ। ਔਰ ਜੋ ਤੀਸਰਾ ਪ੍ਰੋਗਰਾਮ ਹੈ ਉਹ ਐਮਸਟਰਡਮ, ਜੋ ਹਾਲੈਂਡ ਦਾ ਇੱਕ ਬਹੁਤ ਮਸ਼ਹੂਰ ਸ਼ਹਿਰ ਹੈ ਜੀ, ਉੱਥੇ ਸੈਕੰਡ ਵਰਲਡ ਵਾਰ ਦੀ ਯਾਦਗਾਰ ਬਣੀ ਹੋਈ ਹੈ। ਹਾਂਜੀ, ਕਿਉਂਕਿ ਸਿੰਘਾਂ ਨੇ ਇੰਡੋਨੇਸ਼ੀਆ ਜੋ ਕਿ ਹਾਲੈਂਡ ਦੀ ਕਲੋਨੀ ਸੀ ਜੀ, ਉੱਥੇ ਸਾਡੀ 45,000 ਸਿੱਖ ਮਿਲਟਰੀ ਜਿਹੜੀ ਆ ਉਹਨਾਂ ਦੀ ਮਦਦ ਵਾਸਤੇ ਗਈ, ਜਾਪਾਨੀਆਂ ਦੇ ਖਿਲਾਫ ਲੜਨ ਵਾਸਤੇ ਜੀ। ਔਰ ਉਹਨਾਂ ਨੇ ਇਹ ਜਿਹੜੇ ਡੱਚ ਲੋਕ ਸਨ, ਫਰਾਂਸੀਸੀ ਲੋਕ ਸਨ ਜਾਂ ਬਾਹਰਲੇ ਲੋਕ ਤੁਸੀਂ ਕਹਿ ਲਓ ਯੂਰਪ ਦੇ, ਉਹਨਾਂ ਨੂੰ ਜਾਪਾਨੀਆਂ ਦੇ ਚੁੰਗਲ ਦੇ ਵਿੱਚੋਂ ਛਡਵਾਇਆ ਜੀ। ਔਰ ਉਹਦੀ ਯਾਦ ਦੇ ਵਿੱਚ ਸਾਨੂੰ ਹਰ ਸਾਲ 4 ਮਈ ਨੂੰ ਉੱਥੇ ਸੱਦਿਆ ਜਾਂਦਾ ਹੈ ਜੀ। 5 ਸਿੰਘਾਂ ਨੂੰ ਨਾਲ ਲੈ ਕੇ ਜੀ, ਤੇ ਅਸੀਂ ਉਹਦੇ ਵਿੱਚ ਸ਼ਮੂਲੀਅਤ ਕਰਦੇ ਹਾਂ। ਬਿਲਕੁਲ। ਔਰ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੋਂ ਦੇ ਲੋਕਲ ਲੋਕ ਹੁੰਦੇ ਨੇ ਜੀ। ਔਰ ਉਹਦੇ ਵਿੱਚ 5 ਸਿੰਘ ਹੀ ਬਹੁਤ ਨੇ, ਕਿਉਂਕਿ ਲਾਈਫ ਉਹ ਦਿਖਾਉਂਦੇ ਨੇ ਔਰ ਸਾਰੇ ਯੂਰਪ ਦੇ ਵਿੱਚ ਪਤਾ ਲੱਗਦਾ ਹੈ ਕਿ ਸਿੱਖਾਂ ਦੀ ਪ੍ਰੈਜ਼ੈਂਸ ਦਾ ਔਰ ਉਹਨਾਂ ਦੀ ਕੰਟਰੀਬਿਊਸ਼ਨ ਦਾ। ਔਰ ਸਭ ਤੋਂ ਵੱਡੀ ਇਹ ਗੱਲ ਆ ਵੀ ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਹੁਣ ਅਮਰੀਕਨਾਂ ਦੇ ਨਾਲ, ਆਸਟ੍ਰੇਲੀਆ ਵਾਲਿਆਂ ਦੇ ਨਾਲ, ਕੈਨੇਡਾ ਵਾਲਿਆਂ ਦੇ ਨਾਲ ਤੇ ਔਰ ਹੋਰ ਯੂਰਪੀਅਨ ਕੌਮਾਂ ਦੇ ਨਾਲ ਸਿੱਖਾਂ ਦਾ ਵੀ ਜਿਹੜਾ ਨਾਂ ਹੈ ਉਹ ਨਾਲ ਲਿਆ ਜਾਂਦਾ ਹੈ ਜੀ, ਅਤੇ ਉਹਨਾਂ ਨੂੰ ਯਾਦ ਕੀਤਾ ਜਾਂਦਾ। ਜਿਵੇਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਗੱਲ ਕਰੀਏ ਤਾਂ ਜਿਹੜੇ ਫਸਟ ਵਰਲਡ ਵਾਰ ਜਾਂ ਸੈਕੰਡ ਵਰਲਡ ਵਾਰ ਦੇ ਵਿੱਚ ਸਿੱਖ ਗਏ ਸੀਗੇ ਲੜਨ ਵਾਸਤੇ, ਉਹ ਪੰਜਾਬ ਦੇ ਕਿਹੜੇ ਇਲਾਕਿਆਂ ਦੇ ਨਾਲ ਸੰਬੰਧਿਤ ਸੀਗੇ ਤੇ ਕੀ ਉਹਨਾਂ ਦੇ ਕੁਝ ਪਰਿਵਾਰ ਵੀ ਤੁਹਾਡੀ ਖੋਜ ਕਾਰਜ ਤੋਂ ਬਾਅਦ ਦੇ ਵਿੱਚ ਅੱਗੇ ਆਏ ਆ ਕਿ ਉਹਨਾਂ ਨੇ ਪਤਾ ਕੀਤਾ ਆ ਕੇ ਕਿ ਹਾਂ ਸਾਡੇ ਪਿੰਡ ਤੋਂ ਕੌਣ ਸੀ ਜਾਂ ਸਾਡੇ ਇਸ ਇਲਾਕੇ ਤੋਂ ਕੌਣ ਸੀਗਾ? ਲਗਭਗ 7 ਸਾਲ ਪਹਿਲੋਂ ਦੀ ਗੱਲ ਆ ਕਿ ਜਦੋਂ ਮੇਰੀਆਂ ਕਿਤਾਬਾਂ ਸਾਰੀ ਦੁਨੀਆ 'ਚ ਹੀ ਲਗਭਗ ਚਲੇ ਗਈਆਂ ਜੀ, ਕਿਉਂਕਿ ਇਹ ਕਿਤਾਬਾਂ ਹੁਣ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਵੀ ਨੇ ਜੀ, ਇੰਗਲੈਂਡ ਦੀ ਪਾਰਲੀਮੈਂਟ ਦੇ ਵਿੱਚ ਵੀ ਆ ਜੀ, ਡੱਚ ਪਾਰਲੀਮੈਂਟ ਦੇ ਵਿੱਚ ਵੀ, ਅਤੇ ਹੋਰ ਸਰਕਾਰਾਂ ਨੇ ਵੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੂੰ ਰਿਸੀਵ ਕੀਤਾ ਹੋਇਆ ਜੀ। ਮੈਂ ਅਜੀਤ ਦੇ ਵਿੱਚ ਇੱਕ ਛੋਟੀ ਜਿਹੀ ਖਬਰ ਦਿੱਤੀ ਵੀ ਜਿਸ ਕਿਸੇ ਭੈਣ ਭਰਾ ਨੇ ਪਤਾ ਕਰਨਾ ਹੋਵੇ ਵੀ ਉਹਨਾਂ ਦਾ ਬਜ਼ੁਰਗ ਕਿੱਥੇ ਸ਼ਹੀਦ ਹੋਇਆ ਜੀ, ਤੇ ਮੇਰੇ ਨਾਲ ਉਹ ਰਾਬਤਾ ਰੱਖਣ ਜੀ। ਔਰ ਉਸ ਤੋਂ ਬਾਅਦ ਮੈਨੂੰ ਟੈਲੀਫੋਨ, ਈਮੇਲਸ ਔਰ ਹੋਰ ਚਿੱਠੀਆਂ ਦੇ ਰਾਹੀਂ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੇਰੇ ਨਾਲ ਉਹਨਾਂ ਨੇ ਕੰਟੈਕਟ ਕਰਨਾ ਸ਼ੁਰੂ ਕੀਤਾ। ਔਰ ਮੈਂ ਫਿਰ ਉਹਨਾਂ ਨੂੰ ਲੱਭ ਕੇ ਤੇ ਮੈਂ ਉਹਨਾਂ ਨੂੰ ਜਦੋਂ ਦੱਸਣਾ, ਮੈਂ ਆਪਣੀ ਅੱਖਾਂ ਦੇ ਨਾਲ ਮਤਲਬ ਮੈਂ ਫੀਲ ਕੀਤਾ ਵਾ ਕਿ ਦੂਸਰੇ ਪਾਸੇ ਵੱਲ ਜਿਹੜੇ ਲੋਕ ਨੇ ਮੇਰੇ ਨਾਲ ਗੱਲਬਾਤ ਕਰ ਰਹੇ ਨੇ, ਉਹ ਸਿਸਕੀਆਂ ਲੈ ਰਹੇ ਨੇ ਜੀ। 80-85 ਸਾਲ ਪਹਿਲੋਂ ਦੀ ਗੱਲ ਹੈ, ਲੇਕਿਨ ਅੱਜ ਵੀ ਉਹਨਾਂ ਨੂੰ ਹੁਣ ਯਾਦ ਹੋ ਗਿਆ ਔਰ ਉਹ ਕਹਿੰਦੇ ਵੀ ਅੱਜ ਸਾਡਾ ਬਜ਼ੁਰਗ ਜਿਹੜਾ ਹੈ ਉਹ ਪੂਰਾ ਹੋਇਆ ਹੈ ਔਰ ਕਿਸੇ ਕਾਜ਼ ਲਈ ਪੂਰਾ ਹੋਇਆ ਹੈ ਜੀ। ਕਿਉਂਕਿ ਇੱਥੋਂ ਦੇ ਲੋਕ ਇਹ ਕਹਿ ਛੱਡਦੇ ਜੀ ਅੰਗਰੇਜ਼ਾਂ ਵਾਸਤੇ ਲੜੇ ਜੀ, ਅੰਗਰੇਜ਼ਾਂ ਵਾਸਤੇ ਲੜੇ ਜੀ, ਲੇਕਿਨ ਉੱਥੇ ਜੋ ਜ਼ੁਲਮ ਹੋ ਰਹੇ ਸੀ ਉਹਨਾਂ ਲੋਕਾਂ ਦੇ ਉੱਤੇ, ਜੋ ਜਰਮਨ ਨੇ ਫੋਰਸਿਬਲੀ ਆਕੂਪੇਸ਼ਨ ਕੀਤਾ ਹੋਇਆ ਸੀ ਔਰ ਲੋਕੀ ਭੁੱਖੇ ਮਰ ਰਹੇ ਸਨ, ਤੇ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਹੋਣ ਦੇ ਨਾਤੇ ਇਹ ਸਾਡਾ ਫਰਜ਼ ਬਣਦਾ ਸੀ ਵੀ ਅਸੀਂ ਉਹਨਾਂ ਦੀ ਮਦਦ ਕਰੀਏ, ਜ਼ੁਲਮ ਦੇ ਖਿਲਾਫ ਅਸੀਂ ਲੜੀਏ ਅਤੇ ਉਹਨਾਂ ਨੂੰ ਆਜ਼ਾਦੀ ਦਿਵਾਉਣ ਦੇ ਵਿੱਚ ਜੇ ਸਾਡੀ ਜਾਨ ਵੀ ਜਾਂਦੀ ਹੈ ਤੇ ਉਹ ਵੀ ਕੁਰਬਾਨ ਕਰੀਏ। ਔਰ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਤੇ ਉਹਨਾਂ ਨੇ ਆਪੋ ਆਪਣੇ ਪਿੰਡਾਂ ਦੇ ਵਿੱਚ ਹੁਣ ਮਨਾਉਣੇ ਸ਼ੁਰੂ ਕਰਤਾ ਹੈ। ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਹੁਣ ਉਹ ਹਰ ਸਾਲ ਆਪਣੇ ਬਜ਼ੁਰਗਾਂ ਨੂੰ ਯਾਦ ਕਰਦੇ ਨੇ, ਉਹਨਾਂ ਵਾਸਤੇ ਗੁਰੂ ਘਰਾਂ ਦੇ ਵਿੱਚ ਅਖੰਡ ਪਾਠ ਵੀ ਰਖਵਾਉਂਦੇ ਨੇ ਔਰ ਸਾਰੇ ਪਿੰਡ ਵੀ ਇਕੱਠੇ ਹੁੰਦੇ ਨੇ। ਔਰ ਇਹ ਜੋ ਸੁਲਤਾਨਵਿੰਡ ਪਿੰਡ ਦੀ ਉਦਾਹਰਨ ਮੈਂ ਆਪ ਜੀ ਨੂੰ ਇਸ ਕਰਕੇ ਵੀ ਦਿੰਦਾ ਹਾਂ ਕਿ ਇੱਥੇ ਹੁਣ 3 ਸਾਲ ਹੋ ਗਏ ਇਹਨਾਂ ਨੂੰ ਵੀ ਇਹ ਲਗਾਤਾਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਜੋ ਹੈ ਸਮਾਗਮ, ਇਸ ਸ਼ਹੀਦੀ ਸਮਾਗਮ ਜਿਹੜੇ ਨੇ ਉਹ ਹੋ ਰਹੇ ਨੇ ਔਰ ਸਾਰਾ ਸ਼ਹਿਰ ਹੀ ਹੁਣ ਇਨਵੋਲਵ ਹੋਇਆ ਜੀ। ਤੁਸੀਂ ਹੁਣ ਜਦੋਂ ਹਾਲੈਂਡ ਤੋਂ ਇੱਥੇ ਪੰਜਾਬ ਆਏ ਸੀਗੇ, ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਤੁਹਾਡੀ ਇੱਕ ਮੁਲਾਕਾਤ ਹੋਈ, ਮੈਂ ਤਸਵੀਰਾਂ ਉਹ ਵੀ ਦੇਖ ਰਿਹਾ ਸੀਗਾ। ਇੱਕ ਦਸਤਾਰ ਦੀ ਸ਼ਕਲ ਦੇ ਵਿੱਚ ਇੱਕ ਮਿੱਟੀ ਦਾ ਟੁਕੜਾ ਜਿਹੜਾ ਸੀ ਉਸ ਦੀ ਦਸਤਾਰ ਬਣਾ ਕੇ ਜਿਹੜੀ ਆ ਉਹ ਤੁਸੀਂ ਉਹਨਾਂ ਨੂੰ ਭੇਂਟ ਕੀਤੀ ਆ। ਉਹ ਕਿਵੇਂ ਤੁਸੀਂ ਉੱਥੋਂ ਲੈ ਕੇ ਆਏ ਹੋ? ਉਹ ਕੀ ਚੀਜ਼ ਸੀ? ਕਿਉਂ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਉਹ ਦਿੱਤੀ ਗਈ ਹੈ? ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਮੈਂ ਆਪ ਜੀ ਨੂੰ ਦੱਸਿਆ ਹੈ ਕਿ ਸਾਨੂੰ ਮਾਨਤਾ ਮਿਲ ਚੁੱਕੀ ਹੈ ਜੀ।
ਸਾਡੀਆਂ ਕੁਰਬਾਨੀਆਂ ਨੂੰ ਉਹ ਲੋਕ ਹੁਣ ਯਾਦ ਕਰਦੇ ਨੇ ਜੀ। 30 ਅਕਤੂਬਰ 2019 ਨੂੰ ਉਹਨਾਂ ਨੇ ਬੈਲਜੀਅਮ ਸਰਕਾਰ ਨੇ ਇੱਕ ਬਹੁਤ ਵੱਡਾ ਸਮਾਗਮ ਕੀਤਾ ਜੀ। ਔਰ ਇਹ ਸਮਾਗਮ ਈਪਰ ਦੇ ਜੋ ਟਾਊਨ ਹਾਲ ਆ ਉਹਦੇ ਵਿੱਚ ਆਯੋਜਿਤ ਕੀਤਾ ਗਿਆ ਜੀ, ਜਿਹਦੇ ਵਿੱਚ ਗਵਰਨਰ ਸਾਹਿਬ, ਮੇਅਰ ਸਾਹਿਬ ਅਤੇ ਕੁਝ ਮਿਨਿਸਟਰ ਉਹਨਾਂ ਨੇ ਹਾਜ਼ਰੀ ਭਰੀ। ਉੱਥੇ ਦਾਸ ਦਾ ਮਾਣ ਸਨਮਾਨ ਕੀਤਾ ਗਿਆ ਜੀ। ਔਰ ਮੈਨੂੰ ਇੱਕ ਐਪਰੀਸ਼ੀਏਸ਼ਨ ਲੈਟਰ ਵੀ ਜਿਹੜੀ ਹੈ ਉਹ ਉਹਨਾਂ ਨੇ ਦਿੱਤੀ। ਉਸ ਤੋਂ ਇਲਾਵਾ ਸਰਕਾਰੀ ਤੌਰ ਦੇ ਉੱਤੇ ਉਹਨਾਂ ਨੇ ਦਰਅਸਲ ਉਹਨਾਂ ਨੇ ਇਹ ਚੀਜ਼ ਨੂੰ ਰੈਕੋਗਨਾਈਜ਼ ਕੀਤਾ ਵੀ ਸਿੰਘਾਂ ਨੇ ਸਾਡੇ ਲਈ ਜਾਨਾਂ ਵਾਰੀਆਂ ਨੇ ਤੇ ਮੇਰੇ ਰਾਹੀਂ ਸਾਰੀ ਸਿੱਖ ਕੌਮ ਨੂੰ ਇਹ ਜੋ ਸੁਨੇਹਾ ਸੀ ਉਹ ਦੇਣਾ ਚਾਹੁੰਦੇ ਸਨ ਜੀ। ਅਮਰਿੰਦਰ ਸਿੰਘ ਹੋਰਾਂ ਦੇ ਜਿਹੜੇ ਦਾਦਾ ਜੀ ਸਨ ਮਹਾਰਾਜਾ ਭੁਪਿੰਦਰ ਸਿੰਘ ਜੀ 1915 ਦੇ ਵਿੱਚ ਉਹ ਬੈਲਜੀਅਮ ਵੀ ਗਏ ਕਿਉਂਕਿ ਉਹ ਇੱਕ ਤਾਂ ਜਿਹੜੀ ਕੌਂਸਲ ਬਣੀ ਹੋਈ ਸੀ ਵਾਰ ਕੌਂਸਲ ਅੰਗਰੇਜ਼ਾਂ ਦੀ ਉਹਦੇ ਵੀ ਮੈਂਬਰ ਸਨ ਹਾਂਜੀ। ਔਰ ਉਸ ਤੋਂ ਇਲਾਵਾ ਜਿੰਨੀਆਂ ਸਾਡੀਆਂ ਸਿੱਖ ਫੌਜਾਂ ਸਨ ਉਹਨਾਂ ਦੇ ਵੀ ਕਮਾਂਡਰ ਸਨ ਜੀ। ਔਰ ਜਦੋਂ ਉਹ ਉੱਥੇ ਗਏ ਤੇ ਬੈਲਜੀਅਮ ਦੇ ਜਰਨੈਲਾਂ ਦੇ ਨਾਲ ਉਹਨਾਂ ਨੇ ਬਾਰਡਰ ਦਾ ਜਿਹੜਾ ਹੈ ਉਹ ਦੌਰਾ ਕੀਤਾ ਔਰ ਕੁਝ ਦਿਨ ਉਹ ਉੱਥੇ ਰਹੇ ਔਰ ਉਹਦੀ ਯਾਦ ਦੇ ਵਿੱਚ ਉਹਨਾਂ ਨੇ ਬਿਲਕੁਲ ਉਸੇ ਥਾਂ ਤੇ ਜਿੱਥੇ ਸਿੰਘ ਲੜੇ ਨੇ ਜਰਮਨਾਂ ਦੇ ਖਿਲਾਫ ਉੱਥੋਂ ਦੀ ਮਿੱਟੀ ਕੱਢ ਕੇ ਔਰ ਉਸ ਮਿੱਟੀ ਨੂੰ ਇੱਕ ਦਸਤਾਰ ਦਾ ਤੇ ਇੱਕ ਜੂੜੇ ਦਾ ਰੂਪ ਦੇ ਕੇ ਉਹਦੇ ਉੱਤੇ ਬੈਲਜੀਅਮ ਦੇ ਇੱਕ ਬਹੁਤ ਹੀ ਮਸ਼ਹੂਰ ਆਰਟਿਸਟ ਨੇ ਉਹਦੇ ਤੇ ਵਰਕ ਕੀਤਾ ਔਰ ਉਹ ਚੀਜ਼ ਬਣਾ ਕੇ ਤੇ ਉਹਨਾਂ ਨੇ ਮੈਨੂੰ ਬੇਨਤੀ ਕੀਤੀ ਵੀ ਇਹ ਜਿਹੜੀ ਹੈ ਇਹ ਸਰਦਾਰ ਅਮਰਿੰਦਰ ਸਿੰਘ ਤੱਕ ਜਿਹੜੀ ਹੈ ਪੰਜਾਬ ਦੇ ਚੀਫ ਮਿਨਿਸਟਰ ਉਹਨਾਂ ਤੱਕ ਪਹੁੰਚਾਈ ਹੈ। ਹਾਂ, ਉਹਨਾਂ ਨੇ ਮੈਨੂੰ ਮੇਰੀ ਜ਼ਿੰਮੇਵਾਰੀ ਲਾਈ ਔਰ ਮੈਂ ਉਸ ਜ਼ਿੰਮੇਵਾਰੀ ਦੇ ਤਹਿਤ ਇੱਧਰ ਆ ਕੇ 5 ਦਸੰਬਰ 2019 ਨੂੰ ਮੈਂ ਉਹਨਾਂ ਦੇ ਚੰਡੀਗੜ੍ਹ ਨਿਵਾਸ ਦੇ ਵਿੱਚ ਮੈਂ ਜਾ ਕੇ ਤੇ ਉਹ ਉਹਨਾਂ ਨੂੰ ਮੈਂ ਭੇਟਾ ਕਰਕੇ ਆਇਆ ਔਰ ਉਹ ਬਹੁਤ ਖੁਸ਼ ਹੋਏ ਨੇ ਔਰ ਦਰਅਸਲ ਇਹ ਜੋ ਗਿਫਟ ਸੀ ਇਹ ਪੰਜਾਬ ਦੇ ਉਹਨਾਂ ਲੋਕਾਂ ਦੇ ਲਈ ਸੀ ਜਿਨ੍ਹਾਂ ਦੇ ਪੂਰਵਜਾਂ ਨੇ ਵੱਡੇ ਵਡੇਰਿਆਂ ਨੇ ਉੱਧਰ ਜਾ ਕੇ ਉਹਨਾਂ ਮੁਲਕਾਂ ਨੂੰ ਆਜ਼ਾਦ ਕਰਵਾਇਆ ਔਰ ਸ਼ਹਾਦਤਾਂ ਦਿੱਤੀਆਂ ਜੀ। ਸੋ ਬਿਲਕੁਲ, ਸੋ ਇਹ ਸਨ ਸਰਦਾਰ ਭੁਪਿੰਦਰ ਸਿੰਘ ਹਾਲੈਂਡ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਤੇ ਸਮੁੱਚੀ ਜਾਣਕਾਰੀ ਜਿਹੜੀ ਆ ਉਹਨਾਂ ਨੇ ਸਾਂਝੀ ਕੀਤੀ ਕਿ ਕਿਵੇਂ ਫਸਟ ਵਰਲਡ ਵਾਰ ਦੇ ਵਿੱਚ, ਸੈਕੰਡ ਵਰਲਡ ਵਾਰ ਦੇ ਵਿੱਚ ਸਿੱਖ ਜਿਹੜੇ ਆ ਉਹਨਾਂ ਨੇ ਬਹਾਦਰੀ ਦੇ ਨਾਲ ਲੜਦਿਆਂ ਹੋਇਆਂ ਸ਼ਹਾਦਤਾਂ ਜਿਹੜੀਆਂ ਆ ਉਹ ਪ੍ਰਾਪਤ ਕੀਤੀਆਂ ਤੇ ਉਸ ਦੇ ਨਾਲ ਨਾਲ ਇਹਨਾਂ ਕੁਰਬਾਨੀਆਂ ਦੇ ਬਾਰੇ ਦੇ ਵਿੱਚ ਇਹ ਗੱਲ ਜਿਹੜੀ ਆ ਉਹ ਲੋਕਾਂ ਤੱਕ ਜਿਹੜੀ ਆ ਉਹ ਪਹੁੰਚਣ ਦੇ ਵਿੱਚ ਵੱਡਾ ਯੋਗਦਾਨ ਜਿਹੜਾ ਆ ਉਹ ਸਰਦਾਰ ਭੁਪਿੰਦਰ ਸਿੰਘ ਹਾਲੈਂਡ ਹੋਰਾਂ ਨੇ ਪਾਇਆ ਕਿ ਇਹਨਾਂ ਨੇ 5 ਕਿਤਾਬਾਂ ਜਿਹੜੀਆਂ ਲਿਖੀਆਂ। ਇਹ ਬੜਾ ਵੱਡਾ ਖੋਜ ਦਾ ਕਾਰਜ ਸੀਗਾ ਜਿਹੜਾ ਇਹਨਾਂ ਨੇ ਇਹਨਾਂ ਸਿੱਖਾਂ ਦੇ ਬਾਰੇ ਵਿੱਚ ਹੋਰ ਜਾਣਕਾਰੀਆਂ ਜਿਹੜੀਆਂ ਆ ਉਹ ਸਾਹਮਣੇ ਲੈ ਕੇ ਆਉਂਦੀਆਂ ਤੇ ਹੁਣ ਜਿਵੇਂ ਇਹਨਾਂ ਨੇ ਦੱਸਿਆ ਕਿ ਇਸ ਦਿਨ ਨੂੰ ਜਿਹੜਾ ਆ ਉਹ ਸਿੱਖਾਂ ਨੂੰ ਯਾਦ ਕਰਦਿਆਂ ਮਨਾਇਆ ਵੀ ਜਾਂਦਾ ਹੈ ਤੇ ਖਾਸ ਤੌਰ ਦੇ ਉੱਤੇ ਗੱਲ ਕਰੀਏ ਜੇਕਰ ਇਸ ਪਿੰਡ ਦੀ ਜਿੱਥੇ ਅਸੀਂ ਬੈਠੇ ਹਾਂ ਸੁਲਤਾਨਵਿੰਡ ਤੇ ਇੱਥੋਂ ਦੇ ਵੀ ਕੁਝ ਸਿੱਖ ਜਿਹੜੇ ਆ ਉਹ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ ਦੇ ਵਿੱਚ ਸ਼ਾਮਲ ਸਨ ਅਤੇ ਇੱਥੇ ਵੀ ਉਸ ਦਿਨ ਨੂੰ ਯਾਦ ਕਰਦਿਆਂ ਜਿਹੜਾ ਆ ਉਹ ਮਨਾਇਆ ਜਾਂਦਾ ਆ। ਸੋ ਸਮੁੱਚੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ। ਸੋ ਆਸ ਕਰਦੇ ਹਾਂ ਕਿ ਬਹੁਤ ਵਡਮੁੱਲੀ ਜਾਣਕਾਰੀ ਜਿਹੜੀ ਆ ਉਹ ਤੁਹਾਨੂੰ ਪਤਾ ਲੱਗੀ ਹੋਏਗੀ। ਅਸੀਂ ਧੰਨਵਾਦ ਕਰਦੇ ਹਾਂ ਸਿੱਖ ਚੈਨਲ ਦੇ ਵੱਲੋਂ ਵੀ ਸਰਦਾਰ ਭੁਪਿੰਦਰ ਸਿੰਘ ਹਾਲੈਂਡ ਹੋਰਾਂ ਦਾ ਜਿਨ੍ਹਾਂ ਨੇ ਸਮੁੱਚੀ ਜਾਣਕਾਰੀ ਜਿਹੜੀ ਆ ਉਹ ਸਾਂਝੀ ਕੀਤੀ ਆ। ਸੋ ਤੁਸੀਂ ਵੀ ਜ਼ਰੂਰ ਜੇਕਰ ਇਹ ਪ੍ਰੋਗਰਾਮ ਤੁਸੀਂ ਦੇਖਿਆ ਤਾਂ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰਿਓ ਕਿ ਤੁਹਾਡੇ ਪਿੰਡ 'ਚੋਂ ਤਾਂ ਕੋਈ ਫਸਟ ਵਰਲਡ ਵਾਰ ਜਾਂ ਸੈਕੰਡ ਵਰਲਡ ਵਾਰ ਦੇ ਵਿੱਚ ਜਿਹੜਾ ਆ ਉਹ ਸ਼ਾਮਲ ਹੋਇਆ ਸੀ। ਉਹ ਤੁਹਾਨੂੰ ਵੀ ਜਿਹੜਾ ਪਤਾ ਆ ਉਹ ਲੱਗ ਜਾਏਗਾ। ਜਾਣਕਾਰੀ ਜਿਹੜੀ ਆ ਉਹ ਤੁਸੀਂ ਸਰਦਾਰ ਸਾਹਿਬ ਤੋਂ ਵੀ ਲੈ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਇੱਥੇ ਤੁਹਾਡੇ ਤੋਂ ਆਗਿਆ ਚਾਹਾਂਗੇ। ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।